ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ। ਰੋਜ਼ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੁਹਾਡੇ ਨਾਲ ਕੈਨੇਡਾ ਦੀਆਂ ਅੱਜ ਦੀਆਂ ਜਿਹੜੀਆਂ ਨਿਊਜ਼ ਹੁੰਦੀਆਂ, ਸੁਰਖੀਆਂ ਹੁੰਦੀਆਂ, ਉਹ ਸਾਂਝੀਆਂ ਕਰਦੇ ਹਾਂ। ਅੱਜ ਅਸੀਂ ਖਬਰਾਂ ਤੋਂ ਹਟ ਕੇ ਇੱਕ ਖਾਸ ਗੱਲਬਾਤ ਕਰਨੀ ਹੈ ਕੰਵਰ ਗਰੇਵਾਲ ਹੋਣਾ ਦੇ ਨਾਲ। ਅੱਜ ਕੱਲ੍ਹ ਕੈਨੇਡਾ ਦੇ ਵਿੱਚ ਨੇ 15 ਮਈ ਨੂੰ ਕੁਈਨ ਐਲਿਜ਼ਾਬੈਥ ਥੀਏਟਰ ਦੇ ਵਿੱਚ ਉਹਨਾਂ ਦਾ ਸ਼ੋਅ ਹੋ ਰਿਹਾ। ਜ਼ਰੂਰ ਉੱਥੇ ਪਹੁੰਚੋ ਤੇ ਕੁਝ ਗੱਲਾਂ ਬਾਤਾਂ ਉਹਨਾਂ ਨਾਲ ਸ਼ੋਅ ਬਾਰੇ ਤੇ ਕੁਝ ਉਹਨਾਂ ਦੀ ਗਾਇਕੀ ਬਾਰੇ ਅੱਜ ਤੁਹਾਡੀ ਵੀ ਮੁਲਾਕਾਤ ਕਰਾਉਂਦੇ ਹਾਂ। ਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੈ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਬਾਈ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ। ਔਰ ਇਸ ਚੈਨਲ ਦੇ ਥਰੂ ਜਿੰਨੇ ਵੀ ਸਾਡੇ ਪਰਿਵਾਰ, ਸਾਡੇ ਪੇਰੈਂਟਸ, ਸਾਡੇ ਮੇਰੇ ਭੈਣ ਭਰਾ, ਛੋਟੇ ਬੱਚੇ ਤੁਸੀਂ ਸੁਣ ਦੇਖ ਰਹੇ ਹੋ, ਸਾਡੇ ਦੋਵੇਂ ਭਰਾਵਾਂ ਵੱਲੋਂ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ। ਕੰਵਰ ਜੀ, ਸਭ ਤੋਂ ਪਹਿਲਾਂ ਆਪਾਂ ਕਿਸਾਨ ਮੋਰਚੇ ਤੋਂ ਸ਼ੁਰੂ ਕਰਦੇ ਹਾਂ। ਉਹਦੇ ਵਿੱਚ ਤੁਹਾਡੀ ਬਹੁਤ ਸ਼ਮੂਲੀਅਤ ਰਹੀ ਹੈ। ਸ਼ਾਇਦ ਤੁਸੀਂ ਇੱਕ ਇਹੋ ਜਿਹੇ ਗਾਇਕ ਸੀ ਜਿਹੜੇ ਸਭ ਤੋਂ ਵੱਧ ਉੱਥੇ ਪਾਰਟੀਸਪੇਟ ਉਹਦੇ ਵਿੱਚ ਕੀਤਾ। ਉਹ ਲਹਿਰ ਸੀ, ਵੇਵ ਸੀ, ਸੁਚੇਤ ਫੈਸਲਾ ਸੀ, ਪੋਲੀਟੀਕਲ ਥਿੰਗ ਸੀਗੀ, ਉਹ ਕੀ ਸੀਗਾ ਜੀ? ਦੇਖੋ, ਹਾਕਮਾਂ ਦਾ ਕੁਝ ਥੋਪਿਆ ਹੋਇਆ ਸੀ, ਜਾਨੀ ਪੰਜਾਬੀ 'ਚ ਕਹਿ ਲਓ, ਅਤੇ ਉਹਦਾ ਵਿਰੋਧ ਕਰਨਾ ਬਣਦਾ ਸੀ ਅਤੇ ਆਪਦੇ ਹੱਕ ਲੈਣੇ ਬਣਦੇ ਸੀ। ਖੂਬਸੂਰਤ ਗੱਲ ਇਹ ਹੋ ਗਈ ਕਿ ਸਾਰੇ ਇਕੱਠੇ ਬੋਲ ਪਏ। ਬਈ ਅਸੀਂ ਲੱਗੇ ਜ਼ਰੂਰ 2-3 ਮਹੀਨੇ, ਕਿਉਂਕਿ ਚੁੱਲ੍ਹਿਆਂ ਤੱਕ ਖਬਰ ਪਹੁੰਚਾਉਣ 'ਤੇ ਟਾਈਮ ਲੱਗਦਾ ਹੁਣ ਪੰਜਾਬ 'ਚ, ਚੁੱਲ੍ਹੇ ਘੱਟ ਗਏ ਨਾ, ਸੋ ਇਸ ਕਰਕੇ ਟਾਈਮ ਲੱਗਦਾ ਹੁਣ, ਅਤੇ 2-3 ਮਹੀਨੇ ਲੱਗੇ ਜ਼ਰੂਰ। ਅਤੇ ਪਰ ਉਹ ਬੜੀ ਖੂਬਸੂਰਤ ਗੱਲ ਸੀ ਕਿ ਆਉਣ ਵਾਲੇ ਟਾਈਮ ਦੇ ਲਈ ਵੀ ਸਾਨੂੰ ਵਿਜ਼ੂਅਲੀ ਵੀ ਕਈ ਅਨਾਊਂਸਮੈਂਟਾਂ ਮਿਲ ਗਈਆਂ ਦੇਖਣ ਨੂੰ, ਸੁਣਨ ਨੂੰ, ਕਿ ਜੇ ਅਸੀਂ ਇਸ ਤਰ੍ਹਾਂ ਔਰ ਪਿਛਲੇ ਟਾਈਮ ਦੇ ਵਿੱਚ ਜੋ ਖਮਿਆਜ਼ੇ ਭੁਗਤੇ ਆਪਾਂ, ਭਾਵੇਂ ਉਹ ਕੌਮ ਦੇ ਪੱਧਰ 'ਤੇ ਲਾ ਲਓ, ਭਾਈਚਾਰਕ ਪੱਧਰ 'ਤੇ ਲਾ ਲਓ, ਕਿਸੇ ਵੀ ਪੱਧਰ 'ਤੇ ਲਾ ਲਓ, ਤਾਂ ਉਸ ਲਈ ਵੀ ਲੱਗਦਾ ਕਿ ਹੁਣ ਬੈਠ ਕੇ ਇਹ ਗੱਲ ਜ਼ਰੂਰ ਹੋ ਸਕਦੀ ਹੈ ਵੀ ਜੇ ਕਿਤੇ ਉਦੋਂ ਵੀ ਆਏ ਹੋਏ ਹੁੰਦੇ ਇਕੱਠੇ। ਹਾਲਾਂਕਿ ਜੇ ਪੋਤੜੇ ਫਰੋਲੀਏ ਤਾਂ ਇਸ ਮੋਰਚੇ 'ਚ ਵੀ ਬਹੁਤ ਕੁਛ ਇਹੋ ਜਿਹਾ ਹੈਗਾ ਕਿ ਜਿਹੜਾ ਇਸ ਸਾਰੀ ਇੰਟਰਵਿਊ ਨੂੰ ਐਂ ਕਰ ਦੂ ਵੀ ਅੱਛਾ ਆਹ ਹਾਲ ਸੀ ਉੱਥੇ। ਪਰ ਜਿਹੜੀ ਇੱਕ ਆਲ ਓਵਰ ਇੱਕ ਮਹਿਮਾ ਸੀ ਗੁਰੂ ਦੀ, ਉਹ ਬਹੁਤ ਪੋਜ਼ੀਟਿਵ ਸੀ। ਅਤੇ ਪਰ ਰਲ ਕੇ ਸਾਰਿਆਂ ਦਾ ਲੜਨਾ, ਸੋ ਇੱਕ ਖੂਬਸੂਰਤ ਗੱਲ ਸੀ ਜੀ। ਕੰਵਰ ਗਰੇਵਾਲ ਦੀ ਇੱਕ ਦਿੱਖ ਵੀ ਹੁਣ ਬਦਲੀ ਆ। ਲੋਕ, ਕਿਉਂਕਿ ਤੁਹਾਡਾ ਜਦੋਂ ਅਸੀਂ ਪੋਸਟਰ ਵੀ ਪੜ੍ਹਦੇ ਹਾਂ ਉਹਦੇ 'ਤੇ ਲਿਖਿਆ ਹੁੰਦਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਲੋਕ ਮਤਲਬ ਉਸ ਨਜ਼ਰੀਏ ਤੋਂ ਵੀ ਜ਼ਿਆਦਾ ਦੇਖ ਰਹੇ ਜਾਂ ਉਹ ਗੱਲਾਂ ਬਾਤਾਂ ਜ਼ਿਆਦਾ ਪੁੱਛ ਰਹੇ ਜਿੰਨੇ ਸ਼ੋਅ ਹੁਣ ਤੱਕ ਹੋਏ? ਹਾਂ ਬਾਈ, ਐਤਕੀ ਮੇਰੀ ਸਾਰਿਆਂ ਨੂੰ, ਕਿਉਂਕਿ ਹੁਣ ਅਮਰੀਕਾ ਤੋਂ ਆਇਆ ਬਾਈ, ਮੈਂ ਹੁਣ ਹੋ ਗਿਆ 12 ਸ਼ੋਅ ਮੈਂ ਅਮਰੀਕਾ ਕਰਕੇ ਆਇਆ ਹਜੇ ਕੈਨੇਡਾ ਦੇ ਟੂਰ ਤੋਂ ਬਾਅਦ, ਫਿਰ ਹਜੇ ਪਏ ਆ ਹੋਰ ਪ੍ਰੋਗਰਾਮ। ਅਤੇ ਉੱਥੇ ਵੀ ਹੁਣ ਹਾਲਾਂ 'ਚ ਇਹੀ ਸੀ, ਕੋਈ ਨਾ ਕੋਈ ਬਜ਼ੁਰਗ, ਜਿਵੇਂ ਇੱਕ ਦਿਨ ਮੇਰੇ ਚੇਤੇ ਆਇਆ, ਇੱਕ ਬਜ਼ੁਰਗ ਬਾਪੂ ਬੈਠਾ ਸਟੇਜ ਸੱਜੇ ਜਿਹੇ ਪਾਸੇ ਬੈਠਾ ਇੱਧਰ, ਅਤੇ ਥੱਲੇ ਬੈਠਾ ਐਂ ਕਰੀ ਐਂ, ਮੈਨੂੰ ਸਮਝ ਨਾ ਆਵੇ ਬਾਪੂ ਕੀ ਕਹਿੰਦਾ। ਹੌਲੀ ਚੱਲ ਮੈਂ ਗਾਣਾ ਖਤਮ ਕੀਤਾ, ਮੈਂ ਸਟੇਜ ਉੱਧਰ ਨੇੜੇ ਜਾ ਰਿਹਾ, ਬਾਪੂ ਜੀ ਕੀ ਕਹਿੰਦੇ ਹੋ? ਪੇਚਾ ਪੈ ਗਿਆ ਸੈਂਟਰ ਨਾਲ, ਆ ਕਹਿੰਦਾ ਮੈਂ ਚੰਗਾ ਬਾਪੂ ਲਾਉਣਾ। ਹੁਣ ਐਤਕੀ 4-4 ਘੰਟਿਆਂ ਦੇ ਪ੍ਰੋਗਰਾਮ ਹੋ ਰਹੇ ਜੀ ਸੁੱਖ ਨਾਲ। ਅੱਛਾ। ਹਾਂ, ਐਤਕੀ ਵਿਨੀਪੈਗ ਦਾ ਪ੍ਰੋਗਰਾਮ ਬਹੁਤ ਲੰਬਾ ਚੱਲਿਆ, ਅਤੇ ਸੈਸਕਾਟੂਨ ਕਰਕੇ ਆਏ ਹੁਣ 4 ਸ਼ੋਅ ਹੋ ਗਏ ਬਾਈ ਇੱਥੇ ਕੈਨੇਡਾ ਦੇ। ਟੋਰਾਂਟੋ, ਵਿਨੀਪੈਗ ਪਹਿਲੇ ਵੀਕ ਸੀ, ਅਤੇ ਪ੍ਰਿੰਸ ਜਾਰਜ ਅਤੇ ਸੈਸਕਾਟੂਨ ਆਹ ਵੀਕ ਸੀ ਜਿਹੜਾ ਹੁਣ ਗਿਆ। ਅਤੇ ਐਤਕੀ ਹੁਣ 14 ਨੂੰ ਕੈਲਗਰੀ ਕਰਾਂਗੇ, 15 ਨੂੰ ਫਿਰ ਇੱਥੇ ਕਰਾਂਗੇ। ਸੋ ਇਹ ਗਾਣੇ ਕਰਕੇ ਹੁਣ ਜਿਹੜੇ ਮੋਰਚੇ ਦੇ ਗੀਤ ਹੈ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਸੋ ਇਹ ਸਾਰੇ ਗੀਤ ਸੁਣਦੇ ਇਸ਼ਕ ਨਾਲ ਲੋਕ ਜੀ। ਅੱਛਾ, ਇੱਕ ਜਦੋਂ ਅਸੀਂ ਗੱਲਬਾਤ ਕਰਦੇ ਕਈ ਵਾਰੀ ਮਜ਼ਦੂਰ ਵਰਗ ਦੇ ਵਿੱਚੋਂ ਸਵਾਲ ਆਉਂਦਾ ਵੀ ਜਦੋਂ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਇੱਕ ਤਾਂ ਗੀਤ ਉਦੋਂ ਬਹੁਤ ਪਾਪੂਲਰ ਹੋਇਆ ਜਦੋਂ ਮੋਰਚਾ ਲੱਗਿਆ ਸੀ, ਇੱਕ ਜਦੋਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਨਾ ਕੁਝ ਵੀਡੀਓ ਵਾਇਰਲ ਹੁੰਦੀਆਂ ਜਿਹਦੇ ਵਿੱਚ ਕਿਸਾਨ ਇਹ ਕਹਿ ਰਹੇ ਆ ਕਿ ਮਜ਼ਦੂਰ ਨੂੰ ਆਪਾਂ ਇਹ ਤੋਂ ਵੱਧ ਮਜ਼ਦੂਰੀ ਨਹੀਂ ਦੇਣੀ, ਵੀ ਇੱਕ ਖੇਤ ਦੇ ਜੇ ਜਿਹੜਾ ਕਣਕ ਵੱਢਣੀ, ਝੋਨਾ ਲਾਉਣਾ, ਜੇ ਇਹ ਤੋਂ ਵੱਧ ਨਹੀਂ ਦੇਣੇ। ਉੱਥੇ ਟੀਚਰ ਨਾਲ ਲੋਕ ਥੱਲੇ ਇੱਕ ਇਹ ਸਤਰ ਲਿਖ ਦਿੰਦੇ ਆ ਵੀ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਵੀ ਇਹ ਫਿਰ ਮਜ਼ਦੂਰ ਨੂੰ ਆਪਣੀ ਮਜ਼ਦੂਰੀ ਦਾ ਫੈਸਲਾ ਨਹੀਂ ਕਰਨਾ ਚਾਹੀਦਾ। ਮਤਲਬ ਇਸ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਕੰਵਰ ਸਾਡਾ ਗੀਤ ਵੀ ਗਾਊਗਾ। ਨਹੀਂ ਬਿਲਕੁਲ ਬਾਈ, ਬਿਲਕੁਲ। ਮੈਂ ਨਜ਼ਮੀ ਸਾਹਿਬ ਦੀਆਂ ਪਹਿਲਾਂ ਲੈਣਾ ਗਾਈਆਂ ਸੀ ਮਜ਼ਦੂਰ। ਹਾਂ, ਮਜ਼ਦੂਰਾਂ 'ਤੇ ਮੇਰੇ ਖਿਆਲ 'ਚ ਚੈਨਲ ਸ਼ੁਰੂ ਹੋਇਆ ਸੀ ਉਦੋਂ ਮੇਰੇ ਖਿਆਲ 'ਚ ਸਾਡੇ ਵਾਲਾ, ਮੇਰੇ ਚੇਤੇ ਆ। ਅਤੇ ਉਦੋਂ ਪਹਿਲਾ ਗੀਤ ਹੀ ਬਾਬੇ ਨਜ਼ਮੀ ਹੋਰਾਂ ਦਾ ਮਜ਼ਦੂਰਾਂ ਦੇ ਹੱਕ। ਔਰ ਬਾਕੀ ਬਾਈ ਮੈਂ ਮਜ਼ਦੂਰ ਹੀ ਹਾਂ, ਹੈ ਨਾ। ਮੈਂ ਦੇਖਾਂ ਠੀਕ ਹੈ, ਉਹ ਮਹਾਰਾਜ ਦੇ ਰੰਗ ਹੈ ਕਿ ਪਿਛਲੇ ਜਨਮਾਂ ਦੀ ਕੋਈ ਖੇਡ ਹੈ ਵੀ ਕੋਈ 8 ਘੰਟੇ ਕੰਮ ਕਰਕੇ 400 ਰੁਪਈਆ ਜੇਬ 'ਚ ਪਾਉਂਦਾ, ਅਤੇ ਕਿਸੇ ਮੇਰੇ ਵਰਗੇ ਨੂੰ 2 ਘੰਟੇ ਨੱਚ ਕੇ ਅਤੇ 4 ਲੱਖ ਮਿਲ ਜਾਂਦਾ। ਇਹ ਹੁਣ ਇਮਤਿਹਾਨ ਹੈ। ਜੇ ਉਹ 400 ਰੁਪਈਆ ਲੈਣ ਵਾਲਾ ਬੰਦਾ ਕਿਤੇ ਗੁਰੂ ਵਾਲੇ ਪਾਸੇ ਹੋ ਕੇ ਸੋਚੇ, ਉਹਨੂੰ ਮੇਰੇ 'ਤੇ ਤਰਸ ਆਊਗਾ। ਅੱਛਾ। ਉਹ ਮੇਰੇ 'ਤੇ ਤਰਸ ਕਰੂਗਾ, ਅਤੇ ਮੈਨੂੰ ਉਹ ਬਹੁਤ ਵੱਡੇ ਲੱਗਦੇ ਆ। ਅਤੇ ਬਾਕੀ ਜਿਹੜਾ ਤੁਹਾਡਾ ਸਵਾਲ ਹੈ, ਇੱਥੇ ਤਾਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਬਾਈ, ਹੈ ਨਾ। ਇਹ ਸਾਡੇ ਸਮਾਜ ਦਾ ਅਹਿਮ ਹਿੱਸਾ ਹੈ। ਜਿਹੜੇ ਲੋਕ ਮਜ਼ਦੂਰ ਤੋਂ, ਅਸਲ 'ਚ ਅੱਜ ਕੱਲ੍ਹ ਨਾ ਇੱਕ ਮਜ਼ਦੂਰ ਦੀ ਵੀ ਡੈਫੀਨੇਸ਼ਨ ਜੀ ਬਦਲ ਗਈ। ਸਾਡੀ ਸਾਈਕੀ 'ਚ ਇਹ ਚੀਜ਼ ਆ ਗਈ, ਜਦੋਂ ਮਜ਼ਦੂਰ ਦਾ ਨਾਂ ਲੈਂਦੇ ਹਾਂ ਤਾਂ ਨਾਲ ਗਰੀਬ, ਕੱਚੇ ਜਿਹੇ ਘਰ ਵਾਲਾ, ਅਤੇ ਘਰੇ ਜਾਣੀ ਉਹ ਬਰਕਤ ਜੀ ਹੈ ਨਹੀਂ, ਬੱਚਿਆਂ ਲਈ ਸਟਰਗਲ ਜਾਂ ਪੜ੍ਹਾਈ
ਦਾ ਫਿਕਰ, ਬਿਜਲੀ ਦੇ ਬਿੱਲਾਂ ਦੇ ਫਿਕਰ, ਯਾਨੀ ਮਜ਼ਦੂਰ ਲਫ਼ਜ਼ ਸੁਣਦੇ ਹੀ ਸਾਡੀ ਸਾਈਕੀ 'ਚ ਆ ਗਿਆ। ਇਹ ਸਾਨੂੰ ਸਰਕਾਰਾਂ ਦੀ ਦੇਣ ਹੈ। ਅੱਛਾ। ਸਰਕਾਰਾਂ ਦੀ ਹੀ ਦੇਣ ਹੈ। ਹੁਣ ਤੱਕ ਜੇ ਅਸੀਂ ਮਜ਼ਦੂਰਾਂ ਨੂੰ ਸਮਝਿਆ ਹੁੰਦਾ ਕਿ ਸਾਡੇ ਲਈ, ਹੁਣ ਇੱਥੇ ਅਸੀਂ ਮਜ਼ਦੂਰੀ ਕਰਦੇ ਹਾਂ ਨਾ ਬਈ, ਆ ਕੇ ਬਿਲਕੁਲ ਸਾਡੇ ਪਰਿਵਾਰ ਹੈ, ਆ ਕੇ ਮਜ਼ਦੂਰੀ ਹੀ ਕਰਦੇ ਆ। ਬਿਲਕੁਲ ਤਾਂ ਪਰ ਹੁਣ ਮਜ਼ਦੂਰੀ ਦਾ ਮੁੱਲ ਦੇਖੋ ਤੁਸੀਂ ਕਿੰਨਾ ਸੋਹਣਾ ਹੈ। ਮਜ਼ਦੂਰੀ ਤਾਂ ਇੱਥੇ ਆ ਕੇ ਮਜ਼ਦੂਰ ਆਪਦੇ ਆਪ ਨੂੰ ਮਜ਼ਦੂਰ ਕਹਾਉਣਾ ਵੀ ਇੱਕ ਮੇਰੇ ਖਿਆਲ 'ਚ ਸ਼ਾਨ ਵਾਲੀ ਗੱਲ ਹੈ ਕਿ ਮੈਂ ਮਜ਼ਦੂਰ ਹਾਂ ਯਾਰ, ਮੈਂ ਕਿਰਤ ਕਰਦਾ। ਸੋ ਇਸ ਕਰਕੇ ਪੰਜਾਬ 'ਚ ਵੀ ਬਾਈ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਸਾਡੇ ਭਰਾ ਨੇ, ਉਹ ਸਾਡੇ ਪਰਿਵਾਰ ਨੇ, ਤੇ ਅਸੀਂ ਉਹ ਆ ਇੱਕੋ ਗੁਰੂ ਦੇ ਪੁੱਤ ਅਸੀਂ ਸਾਰੇ। ਠੀਕ ਹੈ, ਮਹਾਰਾਜ ਨੇ ਉਹ ਕਰਮਾਂ ਦੇ ਹਿਸਾਬ ਨਾਲ ਕਿਸੇ ਦਾ ਇੰਨਾ ਹੈ, ਕਿਸੇ ਦਾ ਇੰਨਾ, ਕਿਸੇ ਦਾ ਕੱਖ ਹੈ, ਕਿਸੇ ਦਾ ਲੱਖ ਹੈ, ਪਰ ਇਕੁਐਲਿਟੀ ਬਹੁਤ ਜ਼ਰੂਰੀ ਹੈ। ਸੋ ਆਉਣ ਵਾਲੇ ਟਾਈਮ 'ਚ ਜ਼ਰੂਰ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਮਜ਼ਦੂਰਾਂ ਲਈ ਗੀਤ ਸਪੈਸ਼ਲੀ ਗਾਇਆ ਜਾਊਗਾ ਜੀ। ਕੰਵਰ ਜੀ, ਇੱਕ ਕੰਵਰ ਗਰੇਵਾਲ ਜਿਹੜਾ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਆ, ਮਿਹਨਤ ਕਰਦਾ ਆ, ਇੱਕ ਅੱਜ ਕੰਵਰ ਗਰੇਵਾਲ ਜਿਹਨੂੰ ਅਸੀਂ ਦੇਖ ਰਹੇ ਹਾਂ ਰੂਪ ਆ, ਇਹ ਉਹੀ ਆ ਹੁਣ ਪ੍ਰਸਿੱਧੀ ਦੇ ਸਿਖਰ ਤੇ ਪਹੁੰਚ ਚੁੱਕਿਆ, ਜਾਂ ਇਹ ਸੁਚੇਤ ਫੈਸਲਾ ਸੀ? ਤੁਹਾਡੀਆਂ ਗੱਲਾਂ ਬਹੁਤ ਸਾਰੀਆਂ ਅਧਿਆਤਮਕ ਹੋ ਗਈਆਂ, ਇਹ ਸਾਰਾ ਕੁਝ ਕਿੱਦਾਂ ਵਾਪਰਿਆ? ਅਸਲ 'ਚ ਬੇਬੇ ਕਰਕੇ ਹੋਇਆ ਸਾਰਾ ਕੁਝ ਬਾਈ। ਯੂਨੀਵਰਸਿਟੀ ਸੀਗੇ ਤੇ 2004 'ਚ ਆਇਆ ਸੀ ਮੈਂ ਪੜ੍ਹਨ ਯੂਨੀਵਰਸਿਟੀ ਜੀ। ਮਾਸਟਰ ਆਫ ਮਿਊਜ਼ਿਕ ਕੀਤੀ ਪਹਿਲੋਂ, ਫਿਰ ਫ੍ਰੀਲਾਂਸ ਕੰਮ ਕਰਦਾ ਰਿਹਾ ਥੀਏਟਰ ਨਾਲ, ਫਿਰ ਜੌਬ ਮਿਲ ਗਈ। ਉਦੋਂ ਉਹ ਟਾਈਮ ਪੀਰੀਅਡ 7-8 ਸਾਲ ਜਿਹੜੇ ਵੀ ਮੈਂ ਉੱਥੇ ਰਿਹਾ, ਤਾਂ ਉਦੋਂ ਮੈਂ ਮਜਾਜ਼ੀ ਵੀ ਗਾਉਂਦਾ ਸੀ। ਇਸ਼ਕ ਮਾਨ ਸਾਹਿਬ ਦੇ ਗੀਤ ਕਈ ਮੇਰੇ ਚੇਤੇ ਹੁੰਦੇ ਸੀ ਉਦੋਂ ਜੀ, ਜਾਂ ਫਿਰੋਜ਼ ਖਾਨ ਸਾਹਿਬ ਦਾ ਗੀਤ ਪਾਣੀ ਦੀਆਂ ਛੱਲਾਂ ਹੋਣ, ਇਹੋ ਜਿਹੇ ਮਿੱਠੇ ਜਿਹੇ ਰੋਮਾਂਟਿਕ ਜਿਹੇ ਗੀਤ ਮੈਂ ਗਾਉਂਦਾ ਹੁੰਦਾ ਸੀ। ਪਰ ਬੇਬੇ ਹੋਰਾਂ ਕੋਲ ਜਾ ਕੇ ਇੱਕ ਵੱਡਾ ਚੇਂਜ ਓਵਰ ਆਇਆ ਮੈਨੂੰ ਲੱਗਦਾ ਮੇਰੀ ਲਾਈਫ 'ਚ, ਕਿਉਂਕਿ ਜਾਣ ਸਾਰੀ ਉਹ ਹੋਸਟਲਾਂ ਦੀ ਲਾਈਫ ਤੋਂ ਯਕਦਮ ਤੁਸੀਂ ਕਿਸੇ ਫਕੀਰ ਮਹਾਂਪੁਰਸ਼ ਦੇ ਨਾਲ ਪਿੱਛੇ ਸਤਸੰਗ 'ਚ ਬੈਠੇ ਹੋ, ਰੋਜ਼ ਕਦੇ ਗੁਰਦੁਆਰਾ ਸਾਹਿਬ ਬੈਠੇ ਹੋ, ਕਦੇ ਮੰਦਿਰ 'ਚ ਬੈਠੇ ਹੋ, ਮਗਰ ਗਾ ਰਹੇ ਹੋ। ਸੋ ਸਾਰੀਆਂ ਯਕਦਮ ਉਹ ਕਹਾਣੀਆਂ ਚੱਲ ਪਈਆਂ। ਕਦੇ ਬਾਬੇ ਕਬੀਰ ਹੋਰਾਂ ਦੀ ਲਾਈਫ ਬਾਰੇ ਸੁਣ ਰਹੇ ਹਾਂ, ਕਦੇ ਸਤਿਗੁਰੂ ਰਵਿਦਾਸ ਜੀ ਦੀ ਲਾਈਫ ਬਾਰੇ ਸੁਣ ਰਹੇ ਹਾਂ, ਕਦੇ ਬਾਬੇ ਨਾਨਕ ਦੀ ਗੱਲ ਹੋ ਰਹੀ ਹੈ, ਕਦੇ ਸ਼ੰਕਰ ਭਗਵਾਨ ਜੀ ਦੀ ਗੱਲ ਹੋ ਰਹੀ ਹੈ, ਕਦੇ ਕ੍ਰਿਸ਼ਨ ਜੀ ਦੀ ਗੱਲ ਹੋ ਰਹੀ ਹੈ। ਸੋ ਸਾਰਾ ਦਿਨ ਹੀ ਬਦਲ ਗਿਆ ਬਾਈ। ਉਹਦੇ ਨਾਲ ਹੀ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਬੇਬੇ ਹੋਰਾਂ ਦੀਆਂ ਗੱਲਾਂ 'ਚੋਂ ਗੀਤ ਨਿਕਲਦੇ ਗਏ, ਆ ਸਾਰੇ ਜਿਨ੍ਹਾਂ ਨੂੰ ਤੂੰ ਦੱਸਦਾ ਹੋਰ ਹੀ ਅੱਖਾਂ ਨੇ, ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬੇ, ਇਹ ਸਾਰੇ ਗੀਤ ਅਸਲ 'ਚ ਬੇਬੇ ਹੋਰਾਂ ਦੀਆਂ ਗੱਲਾਂ 'ਚੋਂ ਆਏ ਨੇ। ਸੋ ਹੌਲੀ ਹੌਲੀ ਉਹ ਬਣਦਿਆਂ 3-4 ਘੰਟਿਆਂ ਦੀ ਇੱਕ ਪਰਫੋਰਮੈਂਸ ਬਣ ਗਈ ਸਤਸੰਗਾਂ 'ਚ ਗਾ ਕੇ। ਸੋ ਬੜਾ ਨੈਚੁਰਲ ਪ੍ਰੋਸੈਸ ਸੀ, ਕੁਛ ਵੀ ਡਿਜ਼ਾਈਨ ਨਹੀਂ ਕੀਤਾ ਗਿਆ ਸੀ, ਬਸ ਸਤਸੰਗਾਂ ਦੇ ਵਿੱਚੋਂ ਹੀ ਇੱਦਾਂ ਹੀ ਲੋਕਾਂ ਦਾ ਸੁਣਨ ਲੱਗ ਜਾਣਾ। ਇਕੱਠ 100 ਤੋਂ 500, 1000, 5000, 10000 ਵੱਧਦੇ ਬਾਈ ਹੁਣ ਤਾਂ ਲਾ ਲਓ ਵੀ 1300 ਖਾੜਾ ਲੱਗ ਗਿਆ ਹੁਣ ਤਾਂ ਆਲ ਓਵਰ ਦਾ ਵਰਲਡ ਆ ਪਿਛਲੇ 9 ਸਾਲਾਂ 'ਚ। ਅੱਛਾ, ਆਮ ਤੌਰ 'ਤੇ ਜਿਹੜਾ ਬੰਦਾ ਪੰਜਾਬੀ ਗਾਇਕ ਨੂੰ ਕਿਸੇ ਨੂੰ ਸੁਣਨ ਜਾਂਦਾ ਹਾਲ ਦੇ ਵਿੱਚ ਨਾ, ਉਹ ਨੱਚਣ ਗਾਉਣ ਲਈ ਜਾਂ ਵੀ ਕੁਛ ਖਾਸ ਕਿਸਮ ਦੇ ਜਿਹੜੇ ਗੀਤ ਸੁਣਨੇ ਜਾਂਦੇ, ਤੁਸੀਂ ਉੱਥੇ ਉਹ ਵਾਹਿਗੁਰੂ ਕਰਨ ਲਾ ਦੇਣਗੇ ਲੋਕ ਤੁਹਾਡੇ ਪਿੱਛੇ, ਉਹ ਵਾਹਿਗੁਰੂ ਕਰ ਰਹੇ ਹੁੰਦੇ, ਤੁਸੀਂ ਸਟੇਜ ਤੋਂ ਥੱਲੇ ਆ ਜਾਂਦੇ ਹੋ। ਇਹ ਟਰਾਂਸਫਰਮੇਸ਼ਨ ਲੋਕਾਂ ਦੀ ਕਿੱਦਾਂ ਹੁੰਦੀ ਵੀ ਗਿਆ ਉਹ ਕੁਛ ਸੁਣਨਾ ਤੇ ਉਹਨੂੰ ਫਿਰ ਉਹ ਵਹਿ ਜਾਂਦਾ ਵਹਿਣ ਦੇ ਵਿੱਚ? ਮਹਾਂਪੁਰਸ਼ਾਂ ਤੋਂ ਸੁਣਿਆ ਬਾਈ ਮੈਂ ਇੱਕ ਨਾ ਹੈ ਸਿਸਟਮ ਜੀ। ਆ ਮੇਰਾ 53-54 ਕਿਲੋ ਭਾਰ ਹੈ, ਮੇਰਾ ਮਿੱਟੀ ਸਰੀਰ ਮੇਰਾ ਜੀ, ਆ ਮੇਰਾ ਮਨ ਹੈ, ਆ ਮੇਰੀ ਆਤਮਾ ਹੈ। ਡਾਇਲੋਗ ਜ਼ਿਆਦਾ ਹੁੰਦੇ ਆ ਇਹਦੇ 'ਚ ਸਰੀਰ ਤੇ ਮਨ 'ਚ, ਆਤਮਾ ਚੁੱਪ ਬੈਠੀ ਹੈ। ਔਰ ਜਿਹੜੇ ਲੋਕ ਸੁਖੀ ਹੈ, ਫਕੀਰਾਂ ਵਰਗੀ, ਰਾਜਿਆਂ ਵਰਗੀ, ਬਾਦਸ਼ਾਹਾਂ ਵਰਗੀ ਜ਼ਿੰਦਗੀ ਬਤੀਤ ਕਰਦੇ ਆ, ਮੈਂ ਸ਼ਰਤ ਲਾ ਕੇ ਕਹਿੰਦਾ ਉਹ ਆਤਮਾ ਨਾਲ ਡਾਇਲੋਗ ਕਰਦੇ ਆਪਣਾ। ਇਸ ਕਰਕੇ ਹਾਲ 'ਚ ਵੀ ਜਿਹੜਾ ਮਾਹੌਲ ਹੈ ਨਾ, ਜਦੋਂ ਤੁਸੀਂ ਰੱਬ ਘਰ ਦੀ ਗੱਲ ਕਰੋਗੇ ਤਾਂ ਆਤਮਾ ਨਾਲ ਦੀ ਨਾਲ ਉੱਥੇ ਹਾਜ਼ਰ ਹੈ ਕਿ ਮੇਰੀ ਗੱਲ ਹੋ ਰਹੀ ਹੈ। ਫਿਰ ਉਦੋਂ ਐਂ ਲੱਗਦਾ ਹੁੰਦਾ ਵੀ ਮਿੱਟੀ, ਮਨ ਤੇ ਆਤਮਾ ਤਿੰਨੀ ਗੱਲਾਂ ਕਰਦੇ ਆ। ਇਹ ਔਰਾ ਜਿੱਥੇ ਮਰਜ਼ੀ ਕ੍ਰੀਏਟ ਕਰ ਲਓ। ਆਪਾਂ ਬੇਸਿਕਲੀ ਕੰਟੀਨਿਊ 'ਚ ਤਾਂ ਜਾਣੀ ਸਤਯੁੱਗ ਦੇ ਵਾਸੀ ਹੋਈ ਆਪਾਂ, ਬਿਰਤੀਆਂ 'ਚ ਯੁੱਗ ਵਸਦੇ ਆ, ਖਿਆਲ ਬੰਦਗੀ ਹੈ। ਇਸ ਕਰਕੇ ਤੁਸੀਂ ਹਾਲ 'ਚ ਬੈਠੇ ਹੋ, ਤੁਸੀਂ ਹਾਤੇ 'ਤੇ ਬੈਠੇ ਹੋ, ਤੁਸੀਂ ਕਿਸੇ ਹੋਸਟਲ 'ਚ ਬੈਠੇ ਹੋ, ਕਿਸੇ ਸਕੂਲ 'ਚ ਬੈਠੇ ਹੋ, ਕਿਸੇ ਸਟੂਡੀਓ 'ਚ ਬੈਠੇ ਹੋ, ਕਿਤੇ ਵੀ ਬੈਠੇ ਹੋ, ਤੁਸੀਂ ਰੱਬ ਦੀ ਗੱਲ ਕਰਕੇ ਤਾਂ ਦੇਖੋ। ਇਹ ਤਾਂ ਨਾਮ ਨੂੰ ਵਿਹਾਜਣ ਆਈਆਂ ਰੂਹਾਂ ਪ੍ਰਦੇਸ ਦੀਆਂ, ਆਪਾਂ ਸੁਣਦੇ ਹੁੰਦੇ ਹਾਂ ਦੀਵਾਨਾਂ ਦੇ ਵਿੱਚ। ਸੋ ਪਰਦੇਸੀਆਂ ਨੂੰ ਜਦੋਂ ਵੀ ਆਪਦੇ ਦੇਸ਼ ਦੀ ਯਾਦ ਦਿਵਾਓਗੇ ਤਾਂ ਧਾਹਾਂ ਮਾਰ ਕੇ, ਕੂਕਾਂ ਮਾਰ ਕੇ ਉਹਦਾ ਨਾਮ ਲੈਣਗੇ। ਸੋ ਇਸੇ ਤਰ੍ਹਾਂ ਵਾਹਿਗੁਰੂ ਅੱਲਾ ਰਾਮ ਜਦੋਂ ਹਾਲ 'ਚ ਵੀ ਕਿਤੇ ਜਾਂ ਪੰਜਾਬ 'ਚ ਵੀ ਖਾੜਿਆਂ 'ਚ ਗਾਉਣੇ ਤਾਂ ਵੱਡੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ, ਹਰ ਬੰਦਾ ਗਾ ਰਿਹਾ ਹੁੰਦਾ। ਕੰਵਰ ਗਰੇਵਾਲ ਨੇ ਤੰਗੀ ਵੀ ਦੇਖੀ ਜੀਵਨ ਦੇ ਵਿੱਚ ਪੈਸੇ ਧੇਲੇ ਵੱਲੋਂ, ਅੱਜ ਲਹਿਰਾਂ ਬਹਿਰਾਂ ਵੀ ਲੱਗੀਆਂ ਆ। ਕੀ ਜੀਵਨ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਕੁਛ ਕਿ ਨਹੀਂ? ਨਹੀਂ, ਤੰਗ ਹੋ ਗਏ ਪਹਿਲਾਂ ਨਾਲੋਂ, ਸੁੰਗੜ ਗਏ ਹੋਰ। ਉਹ ਕਿੱਦਾਂ? ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਹਾਂ, ਅਸਲ 'ਚ ਪਹਿਲਾਂ ਮੈਨੂੰ ਐਂ ਲੱਗਦਾ ਬਾਈ, ਯੂਨੀਵਰਸਿਟੀ ਜਦੋਂ ਪੜ੍ਹਦੇ ਸੀ ਨਾ, ਅਤੇ ਉੱਥੇ ਕਲਾਕਾਰਾਂ ਨੇ ਬਹੁਤ ਸਾਰੇ ਜਿਹੜੇ ਸਾਡੇ ਸੀਨੀਅਰ ਗਵਈਏ ਆਉਣੇ, ਅਤੇ ਉਹ ਕਲਚਰ ਸਾਰਾ, ਫੋਟੋਆਂ ਦਾ ਕਲਚਰ, ਆਟੋਗ੍ਰਾਫ ਦਾ ਕਲਚਰ, ਵਾਹ ਦਾ ਕਲਚਰ, ਮਗਰ ਭੱਜ ਨੱਠ ਦਾ ਕਲਚਰ ਦੇਖਣਾ। ਕਦੇ ਆਪਦਾ ਵੀ ਮਨ ਤਿਲਕਣਾ ਵੀ ਯਾਰ ਵੀ ਕਿਤੇ ਇੱਦਾਂ ਮੇਰੇ ਨਾਲ ਵੀ ਹੋਵੇ। ਅਤੇ ਉਹ ਜਦੋਂ ਹੋਇਆ ਤਾਂ ਉਦੋਂ ਐਂ ਲੱਗਦਾ ਸੀ ਜਿਵੇਂ ਮੈਂ 100 ਵੀ ਜੋੜਿਆ, ਲੱਖ ਵੀ ਜੋੜਿਆ, ਮੈਂ ਜੋੜ ਤੇ ਕਈ ਕਰੋੜ ਲਏ ਦੁਨੀਆ ਵਿੱਚ, ਅਤੇ ਮੈਂ ਕਈ ਥਾਂ ਜੁੜ ਗਿਆ ਪਰ ਅੰਦਰੋਂ ਨਾਤੇ ਤੋੜ ਲਏ।
ਵਾਹ। ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਉਹਨੇ ਜੋ ਦੇਣਾ ਉਹੀ ਉਹ ਖਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਜਿਹੜਾ ਨਾਲ ਨਹੀਂ ਜਾਣਾ। ਸੋ ਮੈਨੂੰ ਹੁਣ ਅੱਜ ਕੱਲ੍ਹ ਤਾਂ ਇਹੀ ਫੀਲ ਹੁੰਦਾ ਵੀ ਪੈਸਾ ਤਾਂ ਬਹੁਤ ਦੇਤਾ ਮਹਾਰਾਜ ਨੇ, ਸ਼ੋਹਰਤ ਬਹੁਤ ਦੇਤੀ, ਪਿਆਰ ਮੁਹੱਬਤ ਬਹੁਤ ਦੁਨੀਆ 'ਚ ਦੇਤਾ, ਸਭ ਕੁਛ ਹੀ ਦੇਤਾ, ਪਰ ਜਿਹੜੀ ਤੁਹਾਡੀ ਇੱਕ ਇੰਟਰਨਲੀ ਜਿਹੜੀ ਐਕਟੀਵੇਸ਼ਨ ਹੈ ਉਹ ਕਿਤੇ ਨਾ ਕਿਤੇ ਬਲੌਕ ਹੋ ਜਾਂਦੀ ਹੈ। ਕਿਉਂਕਿ ਜਾਂ ਤਾਂ ਇਹ ਹੋਵੇ ਬਾਬੇ ਨਾਨਕ ਹੋਰਾਂ ਵਾਂਗੂ ਪੂਰਾ ਹੋ ਕੇ 100% ਐਕਟੀਵੇਟ ਹੋ ਕੇ ਘਰੋਂ ਨਿਕਲੇ। ਹੁਣ ਮੇਰੇ ਵਰਗਾ ਪਹਿਲਾਂ ਹੀ ਜਨਮਾਂ ਦਾ ਮੈਲ ਦਾ ਭਰਿਆ ਵਾ ਬੰਦਾ, ਤੇ ਨਾਸਾ ਜਿਵੇਂ ਬੋਲ ਰਿਹਾ ਕਿ 2% ਐਕਟੀਵੇਟ ਹੈ, 98 ਬਲੌਕ ਹੈ। ਸੋ ਵਾਟਸ ਦਾ ਰੀਜ਼ਨ ਬਿਹਾਈਂਡ ਦਾ? ਉਹ ਸਾਰੀਆਂ ਇਹੀ ਚੀਜ਼ਾਂ ਨੇ ਕਿ ਅਸੀਂ ਇਮਤਿਹਾਨਾਂ ਨੂੰ ਕਿਰਪਾ ਸਮਝ ਕੇ ਬਹਿ ਗਏ ਪੰਜਾਬੀ ਲੋਕ। ਬੇਸਿਕਲੀ ਕਿਸੇ ਦਾ ਦੁਨੀਆ ਦੇ ਵਿੱਚ ਐ ਵਪਾਰਕ ਮੰਡੀ 'ਚ ਮਹਾਰਾਜ ਦਾ ਇੱਦਾਂ ਸਿੱਟਣਾ ਮੇਰੇ ਅੱਗੇ ਪ੍ਰੋਡਕਟ ਨੂੰ, ਇਹ ਕਿਰਪਾ ਨਹੀਂ ਹੈ, ਇਹ ਇਮਤਿਹਾਨ ਹੈ। ਜਿਵੇਂ ਗੁਰਬਾਣੀ 'ਚ ਨਹੀਂ ਬਾਬੇ ਬੋਲਦੇ ਤਪੋ ਰਾਜ ਰਾਜੋ ਨਰਕ, ਇਹ ਪਿਛਲੇ ਜਨਮ ਦੀਆਂ ਕੋਈ ਚੌਂਕੜੀਆਂ ਵੱਜੀਆਂ ਵੀ ਹੈ, ਅਤੇ ਇਸ ਵਾਰੀ ਮਹਾਰਾਜ ਨੇ ਥੋੜ੍ਹਾ ਜਿਹਾ ਪੇਪਰ ਔਖਾ ਕਰਤਾ। ਪਰ ਹੁਣ ਇੱਥੇ ਮੈਂ ਮੂਰਖ ਕੀ ਸਮਝ ਕੇ ਬਹਿ ਗਿਆ ਕਿ ਦੁਨੀਆ ਜਿੱਤ ਲਈ ਮੈਂ। ਸੋ ਇੱਥੇ ਇਹਨਾਂ ਚੀਜ਼ਾਂ 'ਚ ਫਿਰ ਅਸੀਂ ਇਸ ਚੀਜ਼ ਨੂੰ ਸੱਚ ਮੰਨ ਕੇ ਬਹਿ ਜਾਂਦੇ ਹਾਂ ਕਿ 4 ਲੋਕ ਮੇਰੇ ਪਿੱਛੇ ਮੇਰੇ ਗੀਤਾਂ ਨੂੰ ਲਾਈਕ ਕਰਦੇ ਆ, ਮੈਂ ਸਟਾਰ ਹੋ ਗਿਆ, ਮੈਂ ਪਤਾ ਨਹੀਂ ਕੀ ਬਣ ਗਿਆ, ਹਵਾਈ ਜਹਾਜ਼ ਬਣ ਗਿਆ। ਸੋ ਆਈ ਆ 60-70 ਸਾਲ ਛੋਟਾ ਜਿਹਾ ਤਾਂ ਪੀਰੀਅਡ ਆ ਬਾਈ, ਇਹਨਾਂ ਭੁਲੇਖਿਆਂ 'ਚ ਹੀ ਲੰਘ ਜਾਂਦਾ। ਸੋ ਮੈਂ ਇਸ ਜਨਮ ਦੇ ਵਿੱਚ ਇਸ ਚੀਜ਼ ਨੂੰ ਬੇਬੇ ਹੋਰਾਂ ਨੇ ਜੋ ਮੈਨੂੰ ਸਿਖਾਇਆ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ, ਮੈਂ ਇਹਨੂੰ ਇਮਤਿਹਾਨ ਹੀ ਲੈ ਰਿਹਾ ਕਿ ਇੱਕ ਬਹੁਤ ਵੱਡਾ ਇਮਤਿਹਾਨ ਹੈ। ਇਹਨੂੰ ਬਹੁਤ ਨਰਮ ਦਿਲੀ ਨਾਲ ਅਤੇ ਬਹੁਤ ਨਿਮਰਤਾ ਨਾਲ ਅਤੇ ਬੰਦੇ ਜੇ ਬਣ ਕੇ, ਰੱਬ ਦੇ ਬੰਦੇ ਆ ਬਸ, ਠੀਕ ਹੈ। ਕਿਰਤਾ ਮਹਾਰਾਜ ਨੇ ਦੇਤੀ, ਨੱਚਣ ਗਾਉਣ ਵਾਲੇ ਪਾਸੇ ਲਾਤਾ, ਪਰ ਇਹਨੂੰ ਬਹੁਤ ਈਜ਼ੀਲੀ ਲੈ ਕੇ ਅਤੇ ਮਹਾਰਾਜ ਵਾਲੇ ਪਾਸੇ ਜਾਣ ਨੂੰ ਜੀ ਕਰਦਾ। ਸ਼ੋਹਰਤ ਵੀ ਮਿਲ ਗਈ ਹੁਣ, ਮਤਲਬ ਸਾਰਾ ਕੁਛ ਆ, ਚਾਹੀਦੀ ਸੀ ਜਾਂ ਨਹੀਂ ਚਾਹੀਦੀ, ਪਰ ਤੁਹਾਡਾ ਬਹੁਤ ਵੱਡਾ ਨਾਂ ਆ। ਅੱਗੇ ਹੁਣ ਕੀ ਸੋਚਦੇ ਵੀ ਕੀ ਕਰਨਾ? ਮਤਲਬ ਸਵਾਦ ਹੁਣ ਕੁਈਨ ਐਲਿਜ਼ਾਬੈਥ 'ਚ ਗਾ ਕੇ ਆਉਂਦਾ ਕਿ ਉੱਥੇ ਬੇਬੇ ਦੇ ਕੋਲ ਬੈਠ ਕੇ ਹੋਸਟਲ 'ਚ ਜਾਂ ਕਿਤੇ ਜ਼ਿਆਦਾ ਸਵਾਦ ਕਿੱਥੇ ਆਉਂਦਾ? ਟਰਮਾਂ ਦੋਨੇ ਡਿਫਰੈਂਟ ਆ ਬਾਈ। ਕੁਈਨ ਦੇ ਵਿੱਚ ਗਾਉਣਾ ਟੋਟਲੀ ਕੰਡੀਸ਼ਨਲ ਹੈ, ਬੇਬੇ ਕੋਲੇ ਬਹਿ ਕੇ ਗਾਉਣਾ ਅਨਕੰਡੀਸ਼ਨਲ ਹੈ। ਵਾਹ। ਜਿੱਥੇ ਮੰਗ ਖੜੀ ਹੈ ਉੱਥੇ ਵਪਾਰ ਹੈ, ਜਿੱਥੇ ਮੰਗ ਕੋਈ ਨਹੀਂ ਉੱਥੇ ਪ੍ਰੇਮ ਹੈ। ਸੋ ਸਤਸੰਗ 'ਚ ਉਦੋਂ ਬਹਿ ਕੇ ਬੇਬੇ ਕੋਲੇ ਗਾਉਣੇ ਆ, ਜਾਂ ਖੇਤ ਬਹਿ ਕੇ ਗਾਉਣੇ ਆ, ਜਾਂ ਇਕੱਲਿਆਂ ਬਹਿ ਕੇ ਇੱਥੇ ਹੋਟਲ 'ਚ ਵੀ ਗਾਉਣੇ ਆ, ਤਾਂ ਉਹ ਕਿਤੇ ਨਾ ਕਿਤੇ ਫੇਰ ਤੁਹਾਨੂੰ ਥੋੜ੍ਹਾ ਬਹੁਤਾ ਕਿਤੇ ਆਸੇ ਪਾਸੇ ਦੀ ਸੈਰ ਕਰਾਇਆ ਹੁੰਦਾ। ਅਤੇ ਨਹੀਂ ਤਾਂ ਵਪਾਰੀ ਬੰਦੇ ਦਾ ਕੀ ਹੈ ਜੀ, ਪੈਸੇ ਲੈ ਕੇ ਗਾਉਣਾ ਨੱਚਣਾ, ਅਤੇ ਭਾਵੇਂ ਤੁਸੀਂ ਹੁਣ 1300 ਖਾੜਾ ਹੋ ਗਿਆ, ਰੱਬ ਰੱਬ ਹੀ ਕਰੀ ਜਾਂਦਾ ਸਟੇਜਾਂ 'ਤੇ, ਹੁਣ ਤਾਂ ਰੱਬ ਮਿਲ ਜਾਂਦਾ। ਪਰ ਰੌਲਾ ਇਹ ਹੈ ਕਿ ਤਾਨਸੇਨ ਅਤੇ ਹਰੀਦਾਸ 'ਚ ਫਰਕ ਹੈ। ਇੱਕ ਰਾਜੇ ਦੀਆਂ ਮੋਹਰਾਂ ਲੈ ਕੇ ਗਾਉਂਦਾ ਫਿਰਦਾ, ਅਤੇ ਇੱਕ ਨੂੰ ਕਬੂਤਰ ਚਿੜੀਆਂ ਸੁਣਦੇ ਆ ਕੇ ਆਲ੍ਹਣਿਆਂ 'ਚ ਬਹਿ ਕੇ, ਉੱਥੇ ਰੋਸ਼ਨਦਾਨਾਂ 'ਚ ਬਹਿ ਕੇ। ਸੋ ਜੀ ਕਰਦਾ ਕਿ ਚਿੱਟੀਆਂ ਚਾਦਰਾਂ, ਮੇਰੀ ਬੇਬੇ ਕਹਿੰਦੀ ਵੀ ਹੁੰਦੀ ਸੀ ਜਦੋਂ ਮੈਂ ਘਰੋਂ ਨਿਕਲ ਆਈ ਸੀ, ਕਹਿੰਦੀ ਇੱਕ ਦਿਨ ਆਊਗਾ ਪੁੱਤ ਜਦੋਂ ਤੇਰੇ ਜਾਣੀ ਇਕੱਠ ਘੱਟ ਜਾਣਗੇ ਅਤੇ ਚਿੱਟੀਆਂ ਜਿਹੀਆਂ ਚਾਦਰਾਂ ਵਿਛੀਆਂ ਹੋਣਗੀਆਂ, ਥੋੜ੍ਹੇ ਜਿਹੇ ਸਾਜ਼ ਆਉਣਗੇ, ਅੱਛਾ, ਅਤੇ ਮਿੱਟੀ ਨਾਲ ਜੁੜੇ ਹੋਏ ਸਾਜ਼ ਹੋਣਗੇ ਤੇਰੇ, ਅਤੇ ਤੂੰ ਇੱਦਾਂ ਗਾਇਆ ਕਰੇਗਾ। ਹੋ ਸਕਦਾ ਵੀ 200-250 ਬੰਦਾ ਹੀ ਬੈਠਾ ਹੋਵੇ, ਪਰ ਉਹ ਕੋਈ ਵੀ ਤੈਨੂੰ ਨਹੀਂ ਦੇਖੂਗਾ, ਉਹ ਤੇਰੇ ਰਾਹੀਂ ਜਿਹੜੀ ਚੀਜ਼ ਨਿਕਲ ਕੇ ਆਉਣੀ ਹੈ ਤੇਰੀ ਆਵਾਜ਼ 'ਚੋਂ, ਅਤੇ ਉਹਨੂੰ ਮਹਿਸੂਸ ਕਰਨਾ ਹੋਊਗਾ। ਸੋ ਮੈਂ ਉਹਨਾਂ ਦਿਨਾਂ ਦੀ ਵੇਟ ਕਰ ਰਿਹਾ। ਵਾਹ ਜੀ ਬਿਲਕੁਲ। ਔਰ ਬਹੁਤ ਬਹੁਤ ਕਮਾਲ ਦੀ ਗੱਲ ਆ ਜਿਹੜਾ ਤੁਸੀਂ ਮਕਸਦ ਦੱਸਿਆ ਵੀ ਭਵਿੱਖ ਦੇ ਵਿੱਚ ਕਿੱਥੇ ਦੇਖ ਰਹੇ ਹੋ ਆਪਣੇ ਆਪ ਨੂੰ, ਬਹੁਤ ਵੱਡਾ ਮਕਸਦ ਹੈ। ਕਮਲ ਜੀ, ਇਹ ਰੂਪ ਕਿੱਦਾਂ ਬਦਲਿਆ ਤੁਹਾਡਾ? ਮਤਲਬ ਹੁਣ ਤੁਸੀਂ ਜੇ ਇਸ ਹਾਲਤ ਦੇ ਵਿੱਚ ਬੈਠੇ ਹੋ, ਸਾਡੇ ਕੋਲ ਪਹਿਰਾਵਾ ਖਾਸ ਕਰਕੇ, ਇਹਦੇ 'ਚ ਤਬਦੀਲੀ ਕਿੱਦਾਂ ਹੈ? ਬਸ ਪੰਗੇ ਨਹੀਂ ਲਏ ਉਹ ਤੋਂ ਬਾਅਦ ਬਾਈ। ਅੱਛਾ। ਹਾਂ ਹੈ, ਜਿੱਦਾਂ ਦਾ ਮਹਾਰਾਜ ਨੇ ਭੇਜਿਆ ਸੀ ਅਤੇ ਬਸ ਉੱਦਾਂ ਦਾ ਹੀ ਹੈਗਾ ਹੁਣ। ਅੰਦਰੋਂ ਤਾਂ ਹਜੇ ਖੈਰ ਚਲੋ ਬਹੁਤ ਕੁਛ ਹਜੇ ਹੈ, ਜਿਹੜੇ ਪੇਪਰ ਪਰ ਉਹ ਦੇਖਣ ਨੂੰ ਦੱਸਦਾ ਨਾ, ਫਾਰਮ ਭਰੇ ਪਏ ਹੁਣ, ਅਤੇ ਪੇਪਰ ਦੇਣੇ ਹਜੇ ਮਹਾਰਾਜ ਨੂੰ। ਪਰ ਆ ਬਾਹਰਲਾ ਠੀਕ ਆ, ਉਹ ਤੋਂ ਬਾਅਦ ਕੋਈ ਪੰਗਾ ਨਹੀਂ ਲਿਆ ਬਾਈ। 2010 ਤੋਂ ਬਾਅਦ ਫਿਰ ਮੈਂ ਕੇਸ ਵੀ ਨਹੀਂ ਕਦੇ ਕਟਵਾਉਣ ਗਿਆ। ਅੱਛਾ ਜੀ। ਅਤੇ ਬਸ ਉਵੇਂ ਜਿਹੇ ਹੋ ਗਏ ਫਿਰ। ਅਤੇ ਬਾਕੀ ਆਹ ਵੀ ਕੱਪੜਿਆਂ ਲੀੜ ਵਾਲਾ ਵੀ ਮੈਨੂੰ ਕੋਈ ਬਾਹਲਾ ਭੂਤ ਚੜ੍ਹਿਆ ਨਹੀਂ ਸੀ। ਉਹ ਮੈਂ ਤਾਂ ਐਂ ਲਾ ਲਓ, ਮੇਰੀ ਗਰੀਬੀ ਮੇਰਾ ਸੁਭਾਅ ਬਣ ਗਈ। ਪਹਿਲਾਂ ਗਰੀਬੀ ਸੀ ਘਰੇ, ਅਤੇ ਉਹ ਤੋਂ ਬਾਅਦ ਜਦੋਂ ਮਹਾਰਾਜ ਨੇ 4 ਪੈਸੇ ਦੇ ਵੀ ਦਿੱਤੇ ਬਾਈ, ਉਹ ਤੋਂ ਬਾਅਦ ਚੱਤੀ ਨਹੀਂ ਕੀਤਾ ਕਿ ਕਦੇ ਕੋਈ ਬਾਹਲਾ ਮੈਂ ਕੋਈ ਇੱਦਾਂ ਟੌਰ ਜੀ ਕੱਢਾਂ। ਹਾਲਾਂਕਿ ਬਹੁਤ ਸੋਹਣੇ ਲੱਗਦੇ ਆ, ਹੋਰ ਜਦੋਂ ਮੈਂ ਕੋਈ ਗਾਉਣ ਵਾਲੇ ਭੈਣ ਭਰਾ ਦੇਖਦਾ ਟੌਰ ਕੱਢ ਕੇ ਰੱਖਦੇ ਆ ਤਾਂ ਮੈਨੂੰ ਉਹ ਵੀ ਚੰਗੇ ਲੱਗਦੇ ਆ। ਪਰ ਮੈਨੂੰ ਲੱਗਦਾ ਹੁਣ ਕਿ ਹੁਣ ਮੈਂ ਪਜਾਮੇ ਨਾਲ ਸ਼ਰਟ ਪਾਈ ਫਿਰਦਾ, ਆਹ ਪਜਾਮਾ ਹੈ ਅਤੇ ਕੱਲ੍ਹ ਦਾ ਹੀ ਪਾਇਆ ਮੈਨੂੰ, ਅਤੇ ਹੁਣ ਮੈਨੂੰ ਲੱਗਦਾ 2-3 ਦਿਨ ਮੇਰੇ ਇਸ ਨੇ ਲੰਘ ਜਾਣੇ, ਕਿਉਂਕਿ ਇੱਥੇ ਮੈਲੇ ਵੀ ਨਹੀਂ ਹੁੰਦੇ ਕੱਪੜੇ। ਸੋ ਇਸ ਕਰਕੇ ਠੀਕ ਹੈ ਬਸ ਹੁਣ। ਹਾਂਜੀ, ਬੰਦੇ ਦਾ ਤੱਕਿਆ ਕਿੰਨਾ ਕੁ ਹੁੰਦਾ, ਜਾਂ ਬੰਦੇ ਦੇ ਵੱਸ ਕਿੰਨੀ ਕੁ ਗੱਲ ਨਹੀਂ ਹੁੰਦੀ? ਤੁਹਾਨੂੰ ਕੀ ਲੱਗਿਆ ਲਾਈਫ? ਨਹੀਂ ਵੱਸ ਹੈ ਨਹੀਂ ਕੁਛ ਵੀ, ਸਾਰਾ ਕੁਝ ਪਹਿਲਾਂ ਹੀ ਪਲਾਨਡ। ਪਿਛਲੀ ਫਾਈਲ ਜਿੱਥੋਂ ਬੰਦ ਹੋਈ ਸੀ ਉੱਥੋਂ ਹੀ ਖੁੱਲ੍ਹ ਗਈ, ਔਰ ਬੇਸ਼ੱਕ ਮੈਨੂੰ ਪੂਰਾ 100% ਯਕੀਨ ਹੈ ਇਸ ਗੱਲ 'ਤੇ। ਹਾਲਾਂਕਿ ਕੋਈ ਪ੍ਰੈਕਟੀਕਲੀ ਕੋਈ ਵਿਦਵਾਨ ਬੰਦਾ ਕੋਈ ਬੈਠ ਕੇ ਮੇਰੇ ਨਾਲ ਇਸ ਗੱਲ 'ਤੇ ਡਿਬੇਟ ਕਰੇ, ਮੇਰੇ ਕੋਲ ਦਲੀਲ ਨਹੀਂ ਹੈ ਕੋਈ ਪ੍ਰੈਕਟੀਕਲੀ ਮੈਂ ਉਹਨੂੰ ਸ਼ੋਅ ਕਰ ਸਕਦਾ ਕਿ ਹਾਂ ਇੱਦਾਂ, ਪਰ ਯਕੀਨ ਬਚ ਗਿਆ ਕਿ ਮਹਾਰਾਜ ਨੇ ਜਿੱਥੋਂ ਫਾਈਲ ਬੰਦ ਹੋਈ ਹੈ ਇਸ ਜਨਮ 'ਚ ਉੱਥੋਂ ਹੀ ਖੁੱਲ੍ਹੀ ਹੈ।
ਤੇ ਜਿਹੜਾ ਨਵਾਂ ਬੰਦਾ ਕੋਈ ਇਸ ਫੀਲਡ 'ਚ ਆਉਣਾ ਚਾਹੁੰਦਾ ਗਾਇਕੀ ਦੇ ਵਿੱਚ, ਉਹਨੂੰ ਕੀ ਕਹੋਗੇ? ਕਿੰਨਾ ਕੁ ਕੁਦਰਤੀ ਹੈ, ਕਿੰਨਾ ਕੁ ਸਾਰਾ ਕੁਝ ਆਪਣੇ ਆਪ ਹੋ ਜਾਣਾ, ਜਾਂ ਰਿਆਜ਼, ਮਿਹਨਤ, ਯਤਨ, ਇਹ ਸਾਰਾ ਕੁਝ ਕਿੱਦਾਂ ਦੇਖਦੇ? ਦੇਖੋ ਉਹ ਕੀ ਸਮਝੇ? ਦੇਖੋ 3 ਪੜਾਅ ਨੇ ਜ਼ਿੰਦਗੀ ਦਾ। ਕੋਈ ਫਲਸਫਾ ਲੈ ਲਓ ਤੁਸੀਂ, ਸਭ ਤੋਂ ਪਹਿਲਾਂ ਗਿਆਨ ਹੈ ਉਹਦੇ 'ਚ, ਫਿਰ ਉਹ 'ਚ ਵਿਗਿਆਨ ਹੈ, ਫਿਰ ਬ੍ਰਹਮ ਗਿਆਨ ਹੈ। ਤੁਸੀਂ ਜ਼ਿੰਦਗੀ ਦਾ ਕੋਈ ਕੰਮ ਕਰ ਲਓ। ਅੱਛਾ ਜੀ। ਹੁਣ ਛੋਟੇ ਹੁੰਦਾ ਤੋਂ ਪਹਿਲਾਂ 6ਵੀਂ ਕਲਾਸ ਤੋਂ ਸਿੱਖਣ ਲੱਗ ਗਏ ਤਾਂ ਉਹ ਮੇਰਾ ਗਿਆਨ ਦਾ ਟਾਈਮ ਸੀ। 6ਵੀਂ ਤੋਂ ਲੈ ਕੇ ਮਾਸਟਰ ਆਫ ਮਿਊਜ਼ਿਕ ਹੋ ਗਈ ਤਾਂ ਇੱਕ ਵਾਰੀ ਜਾਣੀ ਉਹ ਗਿਆਨ ਵਾਲੇ ਰਸਤੇ ਜੇ ਖੁੱਲ੍ਹ ਗਏ ਵੀ ਆਹ ਘਰ ਹੈ, ਇੱਥੇ ਇੱਦਾਂ ਐਂਟਰ ਕਰਨਾ, ਇੱਥੇ ਇੱਦਾਂ। ਉਦੋਂ ਬਾਅਦ ਫਿਰ ਖੋਜ ਵਿਗਿਆਨ ਵਾਲੇ ਪਾਸੇ ਆ ਗਏ। ਖੋਜ ਉਸਤਾਦ ਕਹਿੰਦਾ ਹੁੰਦਾ ਸੀ ਕਿ 12 ਘਰ ਹੈ ਮੇਰੇ ਕੋਲ, 12 ਸਵਰ ਨੇ ਵਾਜੇ ਤੇ, ਇੱਕ ਘਰ ਤੇਰਾ ਆਪਦਾ, ਇਹਦੇ 'ਚੋਂ ਸਾ ਮੇਰਾ ਆਪਣਾ, ਦੋਨੋਂ ਰੇ, ਦੋਨੋਂ ਗਾ, ਦੋਨੋਂ ਮਾਂ, ਪਾ, ਦੋਨੋਂ ਦਾ ਤੇ ਦੋਨੋਂ ਨੀ, ਇਹ ਹੁਣ ਤੇਰੇ ਗਵਾਂਢੀ ਘਰ ਨੇ, ਤੇਰੇ ਚਾਚੇ ਤਾਇਆਂ ਦੇ ਘਰ ਨੇ। ਇੱਥੇ ਹੁਣ ਖੋਜ ਆ ਤੇਰੀ, ਹਰ ਘਰ ਨੂੰ ਚੈੱਕ ਕਰਕੇ ਆਉਣਾ। ਤੇਰਾ ਆਪਦਾ ਘਰ ਕਿਸੇ ਵੇਲੇ ਵੀ ਤੈਨੂੰ ਆਵਾਜ਼ ਮਾਰ ਸਕਦਾ। ਜਿਵੇਂ ਹੈ ਨਾ, ਮੰਨ ਲਓ ਸਾ ਰੇ ਸਾ ਗਾ ਸਾ ਮਾ ਸਾ ਪਾ ਸਾ ਧਾ ਸਾ ਨੀ ਸਾ ਸਾ ਨੀ ਸਾ ਦਾ ਸਾ ਪਾ ਸਾ। ਹੁਣ ਇਹ ਹੁਣ ਆਪਦਾ ਘਰ ਮੇਰਾ ਸਾ ਹੈ ਤਾਂ ਹੁਣ ਮੈਂ ਕਦੇ ਇੱਧਰ ਜੰਪ ਕਰਦਾ ਹੈ ਨਾ, ਖੋਜ ਹੀ ਕਰ ਲੈਣਾ ਥੋੜ੍ਹੀ ਬਹੁਤੀ ਵੀ ਇੱਥੇ ਆਹ ਸਿਸਟਮ ਹੈ, ਫਿਰ ਆਵਾਜ਼ ਪੈਂਦੀ ਹੈ ਮੈਨੂੰ ਘਰੋਂ ਵੀ ਆ ਜਾ ਕਮਰ ਮੁੜਿਆ, ਤਾਂ ਫਿਰ ਮੁੜਿਆ ਨਾ ਮੈਂ ਸਾਹ ਦੇ ਘਰੇ। ਸੋ ਇਹ ਖੋਜ ਦੇ ਵਿਸ਼ੇ ਹੈ। ਜਿਵੇਂ ਬਹੁਤ ਸਾਰੇ ਰਾਗਾਂ ਨੂੰ, ਜਿਵੇਂ ਵਿਆਹ 'ਚ ਚਾਚੇ ਤਾਏ ਮਾਮੇ ਮਾਸੀਆਂ ਇਕੱਠੇ ਹੁੰਦੇ ਆ, ਇੱਦਾਂ ਹੀ ਫਿਰ ਇਹ ਸਵਰ ਇਕੱਠੇ ਹੁੰਦੇ ਆ, ਇੱਕ ਪਿੰਡ ਵਸਾਉਂਦੇ ਆ। ਇਹ 'ਚ ਫਿਰ ਖੋਜ ਹੁੰਦੀ ਹੈ ਬਹੁਤ। ਤਾਂ ਫਿਰ ਜਦੋਂ ਉਹਨੂੰ ਤੁਸੀਂ ਅਨਕੰਡੀਸ਼ਨਲ ਟਰਮ 'ਤੇ ਲੈ ਜਾਂਦੇ ਹੋ, ਆਪਣੇ ਆਪ ਲਈ ਗਾਉਣ ਲੱਗ ਜਾਂਦੇ ਹੋ, ਤਾਂ ਫਿਰ ਉਹ ਬ੍ਰਹਮ ਗਿਆਨ ਬਣ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ 'ਚ ਇੱਕ ਆਰਟਿਸਟ, ਗਵਈਆ, ਕੋਈ ਵੀ, ਕੋਈ ਫਿਲਮ ਮੇਕਰ ਹੈ, ਕੋਈ ਸੋਸ਼ਲ ਵਰਕਰ ਹੈ, ਕੋਈ ਮੀਡੀਆ 'ਚ ਹੈ, ਕਿਸੇ ਵੀ ਫੀਲਡ 'ਚ ਹੈ, ਕੋਈ ਗੁਰੂ ਘਰ 'ਚ ਬੈਠਾ ਸੇਵਾਦਾਰ ਹੈ, ਮੈਨੂੰ ਲੱਗਦਾ ਇਹ ਤਿੰਨੇ 'ਚ ਤੁਹਾਡਾ ਇਸ਼ਕ ਹੋਣਾ ਚਾਹੀਦਾ ਹੈ ਕਿ ਪ੍ਰੋਪਰ ਤੁਸੀਂ ਸਿੱਖ ਕੇ ਆਓ ਔਰ ਉਦੋਂ ਬਾਅਦ ਤੁਹਾਨੂੰ ਖੋਜ ਦਾ ਇਸ਼ਕ ਹੋਵੇ ਕਿ ਹੁਣ ਖੋਜੀਏ ਇਹਦੇ 'ਚ ਕੀ ਹੈ, ਕਿਉਂਕਿ ਅੰਦਰ ਹੀ ਤਾਂ ਪਿਆ। ਹੌਲੀ ਹੌਲੀ ਤਾਂ ਸਾਜ਼ ਵੀ ਛੁੱਟ ਜਾਂਦੇ ਆ, ਸਾਜ਼ਾਂ ਦੀ ਵੀ ਲੋੜ ਨਹੀਂ ਪੈਂਦੀ ਤੁਹਾਨੂੰ। ਤੁਸੀਂ ਫਿਰ ਆਪਣੀ ਸਾਊਂਡ ਨੂੰ ਇੰਸਟਰੂਮੈਂਟ ਵਾਂਗੂ ਫੀਲ ਕਰਦੇ ਹੋ ਅਤੇ ਇਹਦੇ ਨਾਲ ਖੇਡਾਂ ਖੇਡਦੇ ਰਹਿੰਦੇ ਹੋ। ਅਤੇ ਹੌਲੀ ਹੌਲੀ ਜਦੋਂ ਮਹਾਰਾਜ ਵਾਲੇ ਪਾਸੇ ਥੋੜ੍ਹੀ ਬਹੁਤੀ ਗੱਲ ਕੋਈ ਚਲੀ ਜਾਂਦੀ ਹੈ ਤਾਂ ਫਿਰ ਇਹਦੇ 'ਚ ਬਚੋ। ਜਿਵੇਂ ਕਹਿੰਦੇ ਨਾ ਸ਼ਬਦ ਅਤੇ ਸੁਰਤ, ਜਦੋਂ ਦੋਨਾਂ ਦੀ ਕੋਲੈਬੋਰੇਸ਼ਨ ਹੁੰਦੀ ਹੈ ਤਾਂ ਇੱਕ ਸਾਜ਼ ਵੱਜਦਾ ਅੰਦਰ ਬੰਦੇ ਦੇ, ਕਿੰਗਰੀ ਕਹਿੰਦੇ ਉਹਨੂੰ। ਸ਼ਬਦ ਸੁਰਤ ਦਾ ਸੁਮੇਲ ਹੈ, ਇਹ ਬਾਣੀ ਦੇ ਵਿੱਚ ਵੀ ਐਕਸਪਲੇਨ ਕੀਤਾ ਹੋਇਆ। ਸੋ ਮੈਨੂੰ ਲੱਗਦਾ ਕਿ ਇਹ ਸਾਰੀਆਂ ਖੇਡਾਂ ਇੱਕ ਆਰਟਿਸਟ ਨੂੰ ਮਹਿਸੂਸ ਕਰਨੀਆਂ ਚਾਹੀਦੀਆਂ। ਅੱਛਾ, ਹੁਣ ਤੁਸੀਂ ਬਹੁਤ ਸਾਰੀਆਂ ਗੱਲਾਂ ਤੁਸੀਂ ਜਿਹੜੀਆਂ ਦੱਸ ਰਹੇ ਹੋ ਬੜੀਆਂ ਕਮਾਲ ਦੀਆਂ ਆ। ਹੋਰ ਪੜ੍ਹਨਾ ਵੀ ਪੈਂਦਾ, ਹੋਰ ਰਿਆਜ਼ ਵੀ ਕਰਨਾ ਪੈਂਦਾ, ਹੋਰ ਵੀ ਜਾਣਨਾ ਪੈਂਦਾ, ਕਿਸੇ ਨੂੰ ਸੁਣਨਾ ਪੈਂਦਾ, ਕਿਸੇ ਨੂੰ ਸਮਝਣਾ ਪੈਂਦਾ। ਮੈਂ ਜ਼ਿੰਦਗੀ 'ਚ ਕਿਤਾਬ ਨਹੀਂ ਪੜ੍ਹਿਆ ਬਾਈ ਕਦੇ। ਅੱਛਾ ਜੀ। ਨੋਟ ਕੋਈ ਸਿੰਗਲ ਬੁੱਕ ਵੀ ਨਹੀਂ ਮੈਂ ਕਦੇ ਪੜ੍ਹਿਆ। ਮੈਂ ਤਾਂ ਯੂਨੀਵਰਸਿਟੀ ਵੀ ਔਰ ਰਾਗ ਪਹਿਲਾਂ ਦੇ ਕੀਤੇ ਹੋਏ ਸੀ, ਮੈਂ ਕਦੇ ਨੋਟਸ ਵੀ ਨਹੀਂ ਬਣਾਏ ਸੀ। ਅਤੇ ਇੱਦਾਂ ਹੀ ਮੇਰਾ ਕਾਲਜ 'ਚ ਹਾਲ ਸੀ, ਇੱਦਾਂ ਹੀ ਸਕੂਲ 'ਚ ਹਾਲ ਸੀ। ਮੈਂ ਪੜ੍ਹਿਆ ਨਹੀਂ ਬਹੁਤ ਜ਼ਿਆਦਾ ਅਤੇ ਮੈਂ ਆਪਣੇ ਆਪ ਨੂੰ ਪੜ੍ਹਨ 'ਚ ਜ਼ਿਆਦਾ ਯਕੀਨ ਰੱਖਦਾ। ਉਹ ਕਿੱਦਾਂ ਜੀ? ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਬਹੁਤ ਸਾਲ ਪਹਿਲਾਂ ਇਹ ਗੁਰੂ ਸਾਹਿਬ ਦੀ ਪੰਕਤੀ ਸੁਣੀ ਸੀ। ਤਾਂ ਫਿਰ ਹੁਣ ਬਾਬਾ ਤਾਂ ਝੂਠ ਬੋਲ ਹੀ ਨਹੀਂ ਸਕਦਾ। ਬਿਲਕੁਲ। ਤੁਸੀਂ ਇਸ ਬ੍ਰਹਿਮੰਡ ਦੇ ਵਿੱਚ ਸਾਰਾ ਕੁਛ ਪਿਆ ਹੈ, ਬਸ ਉਹ ਮੇਰੀ ਨੀਅਤ 'ਤੇ ਹੈ। ਜਿੱਦਾਂ ਦੀ ਨੀਅਤ ਮੇਰੀ ਹੋਊਗੀ ਉੱਦਾਂ ਦਾ ਮੇਰਾ ਔਰਾ ਬਣ ਜਾਣਾ ਅਤੇ ਉਹ ਸਰਕਮਸਟੈਂਸਿਸ ਉੱਦਾਂ ਦੇ ਬਣ ਜਾਣੇ ਆ ਸਾਰੇ। ਤਾਂ ਮੈਨੂੰ ਲੱਗਦਾ ਕਿ ਆਪਦੇ ਆਪ ਨੂੰ ਪੜ੍ਹ ਲਈਏ। ਹਾਂ ਠੀਕ ਹੈ, ਕਦੇ ਕਦੇ ਚੰਗਾ ਲੱਗਦਾ। ਹੁਣ ਮੰਨ ਲਓ ਜਿਵੇਂ ਉਹ ਗੀਤ ਹੈ, ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਹੈ ਜੀ। ਹੁਣ ਨੋ ਡਾਊਟ ਉੱਥੇ ਮੈਂ ਫੀਲਿੰਗ ਲਈ ਜਾਵਾਂ ਐਵੇਂ ਸਿਰ 'ਤੇ ਲੋਈ ਲੈ ਕੇ ਅਤੇ ਉਹ ਨੱਚ ਕੇ ਮੇਰੀ ਲੱਗੀ ਪਈ ਹੈ, ਨਹੀਂ। ਉਹ ਮੈਨੂੰ ਪਤਾ ਹੋਣਾ ਚਾਹੀਦਾ ਕਿ ਬਾਬੇ ਬੁੱਲੇ ਦਾ ਐਕਸਪੀਰੀਅੰਸ ਸੀ ਕਿ ਸ਼ਾਇਦ ਆਏ ਤਰੁੱਸੇ ਤਾਂ ਆਪਦੇ ਯਾਰ ਨੂੰ ਮਨਾਉਣ ਲਈ ਕੰਜਰੀਆਂ ਬਣਨਾ ਪਿਆ, ਕੀ ਕੁਛ ਕੀਤਾ। ਤਾਂ ਉਹ ਬਾਬੇ ਬੁੱਲੇ ਦਾ ਐਕਸਪੀਰੀਅੰਸ ਸੀ, ਉਸ ਜਰਨੀ 'ਚੋਂ ਲੰਘੇ ਹੋ। ਹਾਂ, ਦੇਖ ਕੇ ਮੈਨੂੰ ਚੰਗਾ ਜ਼ਰੂਰ ਲੱਗਦਾ ਕਿ ਯਾਰ ਇਸ਼ਕ ਹੋਵੇ ਤਾਂ ਇਹੋ ਜਿਹਾ ਹੀ ਹੋਵੇ ਕਿ ਕੰਜਰੀ ਹੀ ਬਣ ਗਿਆ, ਨਚਾਰ ਹੀ ਬਣ ਗਿਆ। ਲੋਕ ਬੁੱਲੇ ਨੂੰ ਮੱਤੀ ਦਿੰਦੇ, ਕੈਸੀ ਸ਼ਕਲ ਬਣਾਈ ਤੈਂ, ਪੈਰੀ ਝਾਂਜਰ ਕੰਨਾਂ 'ਚ ਕਾਂਟੇ ਕਿਉਂ ਪਿੱਛੇ ਗੁੱਤ ਲਮਕਾਈ ਤੈਂ। ਤਾਂ ਬਾਬਾ ਕਹਿੰਦਾ ਜਦੋਂ ਰੁੱਸਿਆ ਮਨ ਜੇ ਯਾਰ ਤੇ ਰੌਲਾ ਮੁੱਕ ਜਾਂਦਾ, ਜਦ ਅੰਦਰੋਂ ਜੁੜ ਜੇ ਤਾਰ ਤੇ ਰੌਲਾ ਮੁੱਕ ਜਾਂਦਾ। ਸੋ ਮੈਂ ਵੀ ਉਸੇ ਮੇਰੇ ਖਿਆਲ 'ਚ ਖੇਡ 'ਚ ਹੀ ਹੈਗਾ ਜੀ ਕਿ ਲੱਗੇ ਹੋਏ ਆ। ਜਿਹੜੀ ਕਲਾ ਆ ਜਾਂ ਸੰਗੀਤ ਆ, ਗੀਤ ਆ, ਤੁਸੀਂ ਇਹਦਾ ਇਹ ਮਤਲਬ ਕਹਿੰਦੇ ਇੱਕ ਪੌੜੀ ਵੀ ਆ ਰੱਬ ਨਾਲ ਜੁੜਨ ਦੀ ਜਾਂ ਅਧਿਆਤਮ ਤੱਕ ਜਾਣ ਦੀ, ਇਹ ਉਧਰਲੇ ਪਾਸੇ ਨੂੰ ਕਦੋਂ ਹੁੰਦੀ ਆ ਅਤੇ ਜਿਹੜਾ ਮਤਲਬ ਕਰਾਫਟ ਆ ਜਾਂ ਇੱਕ ਸਧਾਰਨ ਚੀਜ਼ ਕਦੋਂ ਰਹਿ ਜਾਂਦੀ? ਉਹਦੇ 'ਚ ਕੀ ਖਾਸ ਗੱਲ ਹੁੰਦੀ ਕਿ ਬੰਦਾ ਇਹਨੂੰ ਉੱਧਰ ਉਹਦੇ ਨਾਲ ਜੋੜ ਲੈਂਦਾ? ਫਿਰ ਦੇਖੋ, ਇੱਕ ਤਾਂ ਰਿਟਾਇਰਮੈਂਟ ਬਹੁਤ ਜ਼ਰੂਰੀ ਹੈ। ਉਹ ਕਾਹਦੀ? ਤੁਹਾਡੇ ਪੇਸ਼ੇ 'ਚ ਜਿੱਦਾਂ ਸਰਕਾਰੀ ਨੌਕਰੀ ਕਰਨ ਵਾਲਾ ਬੰਦਾ 60 ਤੱਕ ਰਿਟਾਇਰ ਹੋ ਜਾਂਦਾ। ਅੱਛਾ ਜੀ। ਤਾਂ ਸਭ ਤੋਂ ਪਹਿਲਾਂ ਤਾਂ ਇਹ ਕਿ ਉਨੀ ਉਮਰ ਮਿਲੇ ਮਹਾਰਾਜ ਨੂੰ ਅਤੇ ਪਤਾ ਹੋਵੇ ਕਿ ਯਾਰ ਵੀ ਕਿ ਹੁਣ ਸਾਰੀ ਉਮਰ ਬਾਈ ਮੈਂ ਜਾਣੀ ਸਾਰੀ ਉਮਰ ਤਾਂ ਪੈਸੇ ਲਈ ਨਹੀਂ ਜਾ ਸਕਦਾ ਯਾਰ, ਹੈ ਨਾ। ਹੁਣ ਜੇ ਮੈਂ ਕਲਾ ਨੂੰ ਸਾਰੀ ਉਮਰ ਵੇਚਦਾ ਹੀ ਰਹਾਂ ਅਤੇ ਉਹ ਇੱਕ ਲਾਈਨ ਜੀ ਨਾਲ ਬੰਨ੍ਹ ਲਾ ਕੇ ਮੈਂ ਸੱਭਿਆਚਾਰ ਦੀ ਸੇਵਾ ਕਰ ਰਿਹਾ ਤਾਂ ਉੱਥੇ ਹੀ ਮੈਨੂੰ ਲੱਗਦਾ ਕਿ ਮਹਾਰਾਜ ਮੈਨੂੰ ਝੜਕਣਗੇ ਕਿ ਇੱਕ ਰਿਟਾਇਰਮੈਂਟ ਵੀ ਬਹੁਤ ਜ਼ਰੂਰੀ ਹੈ। ਅਤੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੁਣ ਰਜੋ ਤਮੋ ਸਤੋ 'ਚ ਹੀ ਜਿਉਂ ਰਹੇ ਹਾਂ ਆਪਾਂ।
ਹੁਣ ਜੇ ਸਤੋਂ ਨੂੰ ਹੀ ਸੱਚ ਮੰਨ ਕੇ ਬਹਿ ਜਾ ਤਾਂ ਬਾਬਾ ਤਾਂ ਕਹਿੰਦਾ ਸਤੋਂ ਤੋਂ ਬਾਅਦ ਹੈ ਮੁਕਤੀ, ਮੈਂ ਤੈਨੂੰ ਸਤੋਂ 'ਚ ਵੀ ਨਹੀਂ ਦੇਣੀ। ਹੁਣ ਮੈਂ ਲੱਖ ਸਾਰੀ ਉਮਰ ਗਾ ਗਾ ਕੇ ਗਰੀਬ ਕੁੜੀਆਂ ਦੇ ਵਿਆਹ ਕਰੀ ਜਾਵਾਂ, ਜਾਂ ਕਿਸੇ ਦਾ ਘਰ ਪਾ ਦਿਆਂ, ਜਾਂ ਕਿਸੇ ਦਾ ਹੋਰ ਕਰ ਦਿਆਂ, ਉਹ ਕਹਿੰਦਾ ਮੈਂ ਇਦੋਂ ਵੀ ਪਾਰ ਮਿਲੂੰਗਾ ਤੈਨੂੰ। ਅੱਛਾ, ਸੋ ਇਸ ਕਰ ਇਹ ਤਾਂ ਹੈ ਹੀ ਜੀ। ਹੁਣ ਅਸੀਂ ਤਾਂ ਫਸ ਗਏ ਇੱਥੇ ਕਿ ਮੈਨੂੰ ਆਈ ਲੱਗੀ ਜਾਂਦਾ ਕਿ ਹਾਂ ਵੀ ਜੇ ਮੈਂ ਕਮਾਉਣਾ 2 ਲੱਖ ਕਮਾਉਣਾ 4 ਲੱਖ ਕਮਾਉਣਾ, ਜੇ ਉਹ 'ਚ ਮੈਂ 3 ਲੱਖ ਵੀ ਸੋਸਾਇਟੀ ਲਈ ਲਾਈ ਜਾਵਾਂ ਤਾਂ ਸਾਰੀ ਉਮਰ ਇਸ ਚੀਜ਼ ਦਾ ਢੰਡੋਰਾ ਪਿੱਟ ਕੇ ਗਾਈ ਜਾਵਾਂ ਤਾਂ ਮੈਂ ਖਾਲੀ ਤੁਰ ਜਾਊਂਗਾ ਬਾਈ। ਸਭ ਤੋਂ ਖਤਰਨਾਕ ਹਾਦਸਾ ਹੈ ਕਿ ਜਿਹੜਾ ਬਹੁਤਿਆਂ ਨਾਲ ਹੋ ਰਿਹਾ। ਰਜੋ ਤਮੋ 'ਚ ਫੇਰ ਕਿਤੇ ਨਾ ਕਿਤੇ ਕਲੀਅਰ ਤਾਂ ਕਰਤਾ ਨਾ ਯਾਰ ਮੈਂ ਤਾਂ ਫਸਿਆ ਵੇ। ਹੁਣ ਸਤੋਲਾ ਤਾਂ ਮੇਰਾ ਹੈਗਾ ਭੁਲੇਖਾ ਵੀ ਪਾਈ ਬੈਠਾ। ਸੋ ਇਹ ਜਦੋਂ ਜਿਵੇਂ ਜਿਵੇਂ ਤੁਹਾਡਾ ਨਾਲ ਨਾਲ ਪ੍ਰੋਫੈਸ਼ਨ ਚੱਲਦਾ ਨਾ, ਮੈਂ ਸਿੰਗਰ ਹਾਂ, ਅੱਜ ਮੈਂ ਹੁਣ 37 ਸਾਲਾਂ ਦਾ ਹੋ ਗਿਆ ਬਾਈ ਜੀ। ਹੁਣ ਮੈਨੂੰ ਪਤਾ ਹੋਵੇ ਕਿ ਜੇ ਮਹਾਰਾਜ ਨੇ ਮੈਨੂੰ ਲੰਬੀ ਉਮਰ ਦੇਣੀ ਹੈ ਤੇ ਆ ਮੇਰਾ ਕੰਮ ਕਾਰਜ ਜੇ ਇੱਦਾਂ ਹੀ ਚੱਲਣਾ ਤਾਂ ਇੱਕ ਦਿਨ ਆਵੇ ਮੈਂ ਗੁਰੂ ਘਰ ਜਾ ਕੇ ਕਹਾਂ ਕਿ ਮਹਾਰਾਜ ਹੁਣ ਮੈਨੂੰ ਆਗਿਆ ਦਿਓ। ਅੱਛਾ, ਗਾਇਕੀ ਤੋਂ ਆਗਿਆ ਦਿਓ, ਇਹ ਕਿੱਦਾਂ ਹੋ ਸਕਦਾ? ਨਹੀਂ ਗਾਇਕੀ ਤੋਂ ਆਗਿਆ ਨਹੀਂ, ਆ ਜਿਹੜਾ ਸਟੇਜ ਪ੍ਰੋਫੈਸ਼ਨਲ ਜਿਹੜਾ ਕਮਰਸ਼ੀਅਲ ਜਿਹੜਾ ਤੁਹਾਡਾ ਵਪਾਰ ਇੱਕ ਦਿਨ ਬੰਦ ਹੋਵੇ, ਤੁਸੀਂ ਵਪਾਰ ਨੂੰ ਇੱਕ ਦਿਨ ਖੜੋਤ ਆਵੇ, ਤੁਸੀਂ ਆਖੋ ਵੀ ਬਾਹਰੋਂ ਕੌਣ। ਤੇ ਸਾਜ਼ ਤਾਂ ਘਰੇ ਪਏ ਆ, 22 ਸਾਲ ਹੋ ਗਏ ਹੁਣ ਮੈਨੂੰ ਸਿੱਖਦੇ ਨੂੰ, 22 ਸਾਲਾਂ ਦੇ ਸਾਜ਼ ਪਏ ਆ। ਕੋਈ 10 ਕੁ ਸਾਲਾਂ ਤੱਕ ਜੇ ਮਹਾਰਾਜ ਕਿਰਪਾ ਕਰੇ, ਕੋਈ 32 ਸਾਲਾਂ ਦਾ ਸਾਜ਼ ਵੀ ਮੇਰੇ ਕੋਲ ਘਰੇ ਪਿਆ ਤੇ ਉਹਨੂੰ ਉਹ ਰੁੱਖੇ ਜਿਹੇ ਵੀ ਹੋ ਜਾਂਦੇ, ਛੇੜੜੇ ਜਿਹੇ ਹੋ ਜਾਂਦੇ, ਬੈਠ ਕੇ ਗਾਓ ਉਹਨਾਂ ਨਾਲ। ਪਰ ਬਸ਼ਰਤੇ ਇਹ ਹੈ ਕਿ ਜਿਵੇਂ ਹੁਣ ਲਾਕਡਾਊਨ ਹੋਇਆ ਸੀ ਪਿੱਛੇ ਜੇ ਬਾਈ ਜੀ, ਹੈ ਨਾ, ਤਾਂ ਕਈ ਭਰਾਵਾਂ ਨੂੰ ਲਾਲੇ ਪੈ ਗਏ ਉਦੋਂ ਕਿ ਮਰ ਗਏ। ਪਰ ਜਿਹੜੇ ਲੋਕ 2 ਪ੍ਰਸ਼ਾਦੇ ਮੂੰਗੀ ਦੀ ਦਾਲ ਨਾਲ ਛਕਦੇ ਸੀ ਤੇ ਸਾਦਾ ਜਿਹਾ ਆਪਦਾ ਸਿਸਟਮ ਰੱਖਿਆ ਹੋਇਆ ਸੀ ਤੇ ਲੋਨ ਚੱਕ ਕੇ ਘਰ ਨਹੀਂ ਪਾਏ, ਲੋਨ ਚੱਕ ਕਾਰਾਂ ਨਹੀਂ ਲਈਆਂ, ਜਿਨ੍ਹਾਂ ਨੇ ਜਾਣੀ ਪੰਜਾਬੀ 'ਚ ਕਹ ਲਓ ਵੀ ਅੱਡੀਆਂ ਚੱਕ ਕੇ ਫਾਹਾ ਨਹੀਂ ਲਿਆ, ਉਹਨਾਂ ਨੂੰ ਨਹੀਂ ਫਰਕ ਪਿਆ, ਫਸੇ ਦੂਜੇ ਹੀ ਆ। ਸੋ ਮੈਨੂੰ ਲੱਗਦਾ ਕਿ ਮੇਰਾ ਇਸ ਵੇਲੇ ਸਭ ਤੋਂ ਵੱਡਾ ਫਰਜ਼ ਇਹ ਹੈ, ਪਹਿਲਾਂ ਤਾਂ ਮੈਂ ਇਹ ਮੇਰਾ ਕਲੀਅਰ ਹੋਵੇ ਕਿ ਮੈਂ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ। ਜੇ ਤਾਂ ਮੇਰੇ ਅੱਗ ਲੱਗੀ ਆ ਉਹ ਲਗਜ਼ਰੀ ਵੀ ਆ, ਫਲਾਣਾ ਆ ਕਰਨਾ ਵੀ ਕਰਨਾ ਫੇਰ ਨਹੀਂ ਛੁੱਟ ਹੋਣਾ। ਅੱਛਾ, ਇੱਥੇ ਤੱਕ ਪਹੁੰਚਦੇ ਹੁਣ ਲਾਈਫ ਸਟਾਈਲ ਬਣ ਨਹੀਂ ਜਾਂਦਾ ਮਹਿੰਗਾ ਸਾਰਾ ਕੁਝ ਜਾਣੀ ਦੇਖੋ ਇਕਸਾਰਤਾ ਜੀ ਤਾਂ ਬਣੀ ਹੋਈ ਹੈ, ਪਰ ਉਹ ਹੁਣ ਮਹਾਂਪੁਰਸ਼ਾਂ ਵਾਲੀ ਗੱਲ ਹੈ। ਕੋਈ ਵੇਸਵਾ ਰੋਜ਼ ਇੱਕ ਕੁੱਤਾ ਲੈ ਕੇ ਲੰਘਦੀ ਸੀ ਸਾਧੂ ਦੇ ਅੱਗੋਂ, ਉਹ ਰੋਜ਼ ਪੁੱਛਦੀ ਸੀ ਕਿ ਮਹਾਤਮਾ ਜੀ ਤੁਹਾਡੀ ਦਾੜੀ ਦੇ ਵਾਲ ਚਿੱਟੇ ਆ ਕਿ ਮੇਰੇ ਕੁੱਤੇ ਦੀ ਪੂਛ ਚਿੱਟੀ ਹੈ। ਉਹ ਮਹਾਤਮਾ ਜੀ ਰੋਜ਼ ਕਹਿ ਦਿੰਦੇ ਸੀ ਭਾਈ ਤੇਰੇ ਕੁੱਤੇ ਦੀ ਪੂਛ ਚਿੱਟੀ ਹੈ। ਜਾਂਦੇ ਜਦੋਂ ਮਹਾਂਪੁਰਸ਼ਾਂ ਦੇ ਜਾਣ ਦਾ ਟਾਈਮ ਆਇਆ ਇੱਕ ਦਿਨ, ਤਾਂ ਉਹਨਾਂ ਨੇ ਉਹ ਬੀਬੀ ਨੂੰ ਆਵਾਜ਼ ਮਾਰੀ, ਉਹ ਵੇਸਵਾ ਨੂੰ, ਕਹਿੰਦਾ ਧੀਏ ਉਰੇ 1 ਮਿੰਟ, ਕਹਿੰਦਾ ਅੱਜ ਮੈਂ ਤੁਹਾਨੂੰ ਸੱਚ ਕਹਿ ਕੇ ਚੱਲਿਆ। ਅੱਛਾ ਵੀ ਮੇਰੀ ਦਾੜੀ ਦੇ ਵਾਲ ਤੇਰੇ ਕੁੱਤੇ ਦੀ ਪੂਛ ਤੋਂ ਚਿੱਟੇ ਆ। ਉਹ ਕਹਿੰਦੀ ਫਕੀਰਾ ਮੈਂ ਤੈਨੂੰ ਰੋਜ਼ ਤਾਂ ਪੁੱਛ ਕੇ ਜਾਂਦੀ ਸੀ, ਇੰਨੇ ਸਾਲ ਹੋ ਗਏ, ਤੂੰ ਉਦੋਂ ਨੂੰ ਬੋਲਿਆ। ਕਹਿੰਦਾ ਧੀਏ ਮਨ ਦਾ ਕੋਈ ਭਰੋਸਾ ਨਹੀਂ, ਕਦੋਂ ਡੋਲ ਜੇ। ਠੀਕ ਹੈ, ਪਿਛਲੇ 7-8 ਸਾਲ ਦੀ ਇੱਕ ਬਣੀ ਹੋਈ ਹੈ, ਮਹਾਰਾਜ ਦਾ ਤਰਸ ਹੈ ਕੋਈ ਕਿ ਹਜੇ ਠੀਕ ਚੱਲੀ ਜਾਂਦਾ, ਪਰ ਜੇ ਆਖੇ ਵੀ ਹੁਣ 22 ਸਾਲ ਦਾ ਰਿਆਜ਼ ਕਰਕੇ ਮਾੜੀ ਮੋਟੀ ਆਵਾਜ਼ ਨਿਕਲਣ ਲੱਗੀ ਹੈ, ਇੱਧਰਲੇ ਪਾਸੇ ਵੀ ਰਿਆਜ਼ ਮੰਗਦੀ ਹੈ। ਸੋ ਇਕਸਾਰਤਾ ਬਣੀ ਰਹੇ, ਹੌਲੀ ਹੌਲੀ ਹੋਰ ਯਕੀਨ ਵੱਧ ਜੇ ਮਹਾਰਾਜ 'ਚ, ਹੋਰ ਯਕੀਨ ਵੱਧ ਜੇ, ਗਿਆਨ ਧਨ ਇਹ ਸਾਰੇ ਆ ਜਾਂਦੇ ਆ। ਵਿਸ਼ਵਾਸ ਇੱਕ ਵਾਰੀ ਚਲਾ ਜਾਵੇ ਮੁੜ ਕੇ ਨਹੀਂ ਆਉਂਦਾ ਬਾਈ ਜੀ, ਹੈ ਨਾ। ਸੋ ਇਸ ਕਰਕੇ ਇਹ ਚੀਜ਼ਾਂ 'ਚ ਲੱਗੇ ਹੋਏ ਆ। ਔਖੀ ਹੈ ਜਿਹੜੀ ਇਹ ਮੰਜ਼ਿਲ ਹੈ, ਪਰ ਮਹਾਰਾਜ ਨੂੰ ਬੇਨਤੀਆਂ ਅਰਦਾਸਾਂ ਕਰਕੇ ਕੁਛ ਹਾਲ 'ਚ ਹੁੰਦੇ ਆ, ਉੱਥੇ ਸਾਰਿਆਂ ਨੂੰ ਬੇਨਤੀ ਕਰ ਲਈਦੀ ਵੀ ਤੁਸੀਂ ਵੀ ਪ੍ਰਭਾਵਿਤ ਨਾ ਹੋਇਓ, ਮੈਥੋਂ ਨਾ ਪ੍ਰਭਾਵਿਤ ਹੋਇਓ, ਮੇਰੇ ਲਈ ਅਰਦਾਸ ਕਰਕੇ ਜਾਇਓ ਕਿ ਮਹਾਰਾਜ ਸਾਡੇ ਪੁੱਤ ਨੂੰ, ਸਾਡੇ ਭਰਾ ਨੂੰ ਕੁਛ ਨੇਕ ਬੋਲਣ ਦੀ ਜਿਹੜਾ ਬਲ ਬਖਸ਼ੇ, ਅਤੇ ਨਾਲ ਜਿਹੜਾ ਹੈ ਇਕੱਠ ਵਾਲਾ ਕੰਮ ਇਹਨੂੰ ਹੌਲੀ ਹੌਲੀ ਘੱਟ ਕਰੇ ਅਤੇ ਉਹ ਜਿਵੇਂ ਉਹ ਚਿੱਟੀਆਂ ਚਾਦਰਾਂ ਵਾਲਾ ਕੰਮ, ਜੇ ਕਿਤੇ ਉਹ ਗੱਲ ਹੋ ਗਈ ਤਾਂ ਫਿਰ ਕਿਤੇ ਆਪਾਂ ਭਰਾ ਇਹ ਜੁੜ ਕੇ ਬੈਠੇ ਉਸ ਟਾਈਮ ਪੀਰੀਅਡ ਦੇ ਵਿੱਚ, ਤਾਂ ਫਿਰ ਗੱਲਾਂ ਹੋਰ ਹੋਣਗੀਆਂ। ਜੀ ਕਮਰ ਜੀ, ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਹਮੇਸ਼ਾ ਹੀ ਗੱਲਬਾਤ ਕਰਕੇ, ਔਰ ਬਿਲਕੁਲ ਵੀ ਜੋ ਤੁਸੀਂ ਹੁੰਦੇ ਹੋ ਉਹੀ ਮਤਲਬ ਮਹਿਸੂਸ ਹੁੰਦਾ ਦੂਜੇ ਬੰਦੇ ਨੂੰ ਕਿ ਗੱਲ ਕਰ ਰਹੇ ਹੋ। ਸਾਡੇ ਆਖਰ ਦੇ ਵਿੱਚ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਕੋਈ ਸੁਨੇਹਾ, ਕੋਈ ਮੈਸੇਜ? ਬਸ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਜ਼ਿੰਦਗੀ ਬਹੁਤ ਸੋਹਣੀ ਹੈ ਅਤੇ ਬਸ ਗਧੇ ਨਾ ਬਣੀਏ, ਬੰਦੇ ਬਣੀਏ। ਭਾਰ ਚੱਕਣ ਦਾ ਕੋਈ ਫਾਇਦਾ ਨਹੀਂ, ਬਸ ਆਪਦੇ ਕੁੱਲੀ ਗੁੱਲੀ ਜੁੱਲੀ ਦੇ ਕਨਸੈਪਟ ਕਲੀਅਰ ਕਰੀਏ ਕਿ ਕਿੰਨਾ ਕੁ ਚਾਹੀਦਾ। ਗੁਰੂ ਨਾਨਕ ਦੇ ਪੁੱਤ ਇਸ ਕਰਕੇ ਗੱਲਾਂ ਕਰ ਰਹੇ ਹਾਂ ਵਾਰ-ਵਾਰ। ਜੀ, ਕੁਛ ਹੋਰ ਹੁੰਦੇ ਨਾ, ਕੋਈ ਭੁੱਲੇ ਭਟਕੇ ਹੋਰ ਕਿਸੇ ਫੀਲਡ ਦੇ ਬੰਦੇ, ਨਹੀਂ, ਆਪਾਂ ਗੁਰੂ ਨਾਨਕ ਦੇ ਪੁੱਤ ਹਾਂ। ਸੋ ਸਾਨੂੰ ਲੱਗਦਾ ਕਿ ਆਪਾਂ ਨੂੰ ਸਾਡੀਆਂ ਜਿਹੜੀਆਂ ਬੇਸਿਕ ਨੀਡਸ ਨੇ ਇਹਨਾਂ ਨੂੰ ਬਹੁਤ ਛੋਟਿਆਂ ਕਰਕੇ ਸਮੇਟ ਕੇ ਅਤੇ ਇਕੱਠਿਆਂ ਬੈਠ ਕੇ ਗੋਸ਼ਟੀਆਂ ਸਭਾਵਾਂ ਇਹ ਕਲਚਰ ਡਿਵੈਲਪ ਕਰਨਾ ਚਾਹੀਦਾ ਕਿ ਮੁੜ ਕੇ ਜਿਸ ਜਿਹੜੀ ਸਮੁੰਦਰ 'ਚੋਂ ਆਏ ਹਾਂ ਆਪਾਂ, ਜਾ ਕੇ ਬੂੰਦ ਉਸ ਸਮੁੰਦਰ 'ਚ ਮਿਲ ਜਾਏ ਬਸ। ਸੋ ਇਹ ਸਾਰਿਆਂ ਲਈ ਮੇਰੀ ਅਰਦਾਸ ਹੈ ਅਤੇ ਮੇਰੇ ਲਈ ਵੀ ਤੁਸੀਂ ਸਾਰੇ ਅਰਦਾਸ ਕਰਿਓ ਕਿ ਇੱਦਾਂ ਹੀ ਆਪਾਂ ਕਲਚਰ ਦੀ ਸੇਵਾ ਕਰੀਏ, ਅਤੇ ਪਰ ਨਾਲ ਜਿਹੜੀਆਂ ਗੱਲਾਂ ਆਪਾਂ ਇੰਟਰਵਿਊ 'ਚ ਕੀਤੀਆਂ ਨੇ ਇਹ ਸਾਰੀਆਂ ਕਹਿਣੀ ਕਰਨੀ ਵਾਲੀਆਂ ਆਪਾਂ ਕਰਕੇ ਜਾਈਏ, ਫਿਰ ਹੀ ਖਾਸ ਨੂੰ ਮੂੰਹ ਦਿਖਾਉਣ ਜੋਗੀਆਂ। ਸੋ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਦਰ ਸਤਿਕਾਰ। ਮੈਂ ਸ਼ੋਅ ਬਾਬਤ ਜ਼ਰੂਰ ਤੁਹਾਨੂੰ ਕਹੂੰਗਾ ਕਿ 15 ਤਰੀਕ ਨੂੰ ਪ੍ਰੋਗਰਾਮ ਹੈ ਇੱਥੇ ਕੁਈਨ ਐਲਿਜ਼ਾਬੈਥ ਹਾਲ ਦੇ ਥੀਏਟਰ ਦੇ ਵਿੱਚ। ਸੋ ਜੇ ਤੁਹਾਡੇ ਕੋਲ ਸਮਾਂ ਹੋਇਆ
ਤੇ ਤੁਹਾਡਾ ਮਨ ਕਰਦਾ ਹੋਇਆ ਕਿ ਇਸ ਗਵਈਏ ਨੂੰ ਸੁਣਨ ਨੂੰ ਜੀ ਕਰਦਾ ਤਾਂ ਤੁਸੀਂ 3 ਘੰਟੇ ਲਈ ਆ ਸਕਦੇ ਹੋ। ਮੋਸਟ ਵੈਲਕਮ ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਮਿਹਰਬਾਨੀ। ਥੈਂਕ ਯੂ ਬ੍ਰਦਰ ਜੀ, ਬਹੁਤ ਬਹੁਤ ਸਤਿਕਾਰ ਤੁਹਾਡਾ। ਸ਼ੁਕਰੀਆ ਜੀ। ਦੋਸਤੋ, ਕੰਵਰ ਗਰੇਵਾਲ ਹੋਣਾ ਨਾਲ ਅਸੀਂ ਗੱਲਬਾਤ ਕੀਤੀ ਆ। 15 ਮਈ ਕੁਈਨ ਐਲਿਜ਼ਾਬੈਥ ਥੀਏਟਰ ਜ਼ਰੂਰ ਪਹੁੰਚੋ। ਬਹੁਤ ਸਾਰੇ ਗਾਇਕ ਨੇ, ਸਾਰੇ ਹੀ ਚੰਗੇ ਨੇ। ਕੰਵਰ ਗਰੇਵਾਲ ਹਟਕੇ ਨੇ, ਵੱਖਰੇ ਨੇ। ਖਾਸ ਤੌਰ ਦੇ ਉੱਤੇ ਅਸੀਂ ਅਪੀਲ ਕਰਦੇ ਹਾਂ, ਜ਼ਰੂਰ ਇੱਥੇ ਪਹੁੰਚੋ। B4U ਪਾਇਲ ਬਿਜ਼ਨਸ ਸੈਂਟਰ, ਉੱਥੋਂ ਟਿਕਟਾਂ ਲੈ ਸਕਦੇ ਹੋ। ਆਨਲਾਈਨ ਟਿਕਟਾਂ ਵੀ ਲਈਆਂ ਜਾ ਸਕਦੀਆਂ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।